ਸਤਿ ਸ਼੍ਰੀ ਅਕਾਲ ਜੀ। ਵੈਲਕਮ ਟੂ ਆਲ ਟੂ ਚੇਤਨ ਭਾਰਤ ਲਰਨਿੰਗ। ਅੱਜ ਦੀ ਇਸ ਵੀਡੀਓ ਰਾਹੀਂ ਆਪਾਂ 10 MCQs ਦੀ ਸੀਰੀਜ਼ ਨੂੰ ਅੱਗੇ ਵਧਾਉਂਦੇ ਹਾਂ। ਅੱਜ ਦੀ ਇਸ ਵੀਡੀਓ ਵਿੱਚ ਆਪਾਂ ਕਵਰ ਕਰਾਂਗੇ ਇੰਪੋਰਟੈਂਟ ਟੌਪਿਕਸ, ਇੰਪੋਰਟੈਂਟ ਕਨਸੈਪਟਸ ਲਾਈਕ ਡਿਊ ਪੁਆਇੰਟ ਕੀ ਹੁੰਦਾ ਹੈ, ਰਾਈਟ, ਕੰਡੈਂਸੇਸ਼ਨ ਕਿੱਦਾਂ ਹੁੰਦੀ ਹੈ, ਇਵੈਪੋਰੇਸ਼ਨ ਤੋਂ ਕੰਡੈਂਸੇਸ਼ਨ ਕਿਵੇਂ ਹੋ ਰਹੀ ਹੈ, ਦੈਨ ਡਿਫਰੈਂਟ ਟਾਈਪਸ ਆਫ ਰੇਨਫਾਲਸ, ਰਾਈਟ, ਐਂਡ ਦੈਨ ਇੱਕ ਇੰਪੋਰਟੈਂਟ MCQ ਪੁੱਛਿਆ ਗਿਆ ਸੀਗਾ ਇਸ ਵਾਰ ਦੇ UPSC ਪ੍ਰੀਲਿਮਸ ਵਿੱਚ ਰਿਲੇਟਡ ਟੂ ਕੰਸੈਪਟ ਆਫ wet bulb temperature, which I feel कि इस बार ਦੇ PCS prelims ਵਿੱਚ ਵੀ ਪੁੱਛਿਆ ਜਾ ਸਕਦਾ, ਤਾਂ ਉਸ ਨੂੰ ਵੀ ਆਪਾਂ ਕਵਰ ਕਰਾਂਗੇ। So let's start with the first question that we have. Consider the following statements. Dew point is the temperature at which relative humidity reaches 100%. All right. ਇਹ ਕੁਐਸਚਨ ਜਿਹੜੇ ਹੈਗੇ ਇਨਫੈਕਟ ਇਹ ਵੀ ਤੇ ਉਸ ਤੋਂ ਬਾਅਦ ਵਾਲੇ ਕੁਐਸਚਨਸ ਵੀ ਉਹ ਇੱਕ ਸਿੰਪਲ ਪ੍ਰੋਸੈਸਰ ਨੂੰ ਸਮਝ ਲੈਣੇ ਪਹਿਲਾਂ ਉਸ ਤੇ ਹੀ ਉਹ ਟਿਕੇ ਹੋਏ ਹਨ। The concept that we have is कि humidity ਸਿੰਪਲ ਆਪਾਂ ਕਰਦੇ ਹਾਂ ਕਿ ਹਿਊਮਿਡਿਟੀ ਕੀ ਹੁੰਦਾ ਹੈ। ਹਿਊਮਿਡਿਟੀ ਇਜ਼ ਅਬਾਊਟ ਕਿ ਕਿੰਨਾ ਮੋਇਸਚਰ, ਇਨਫੈਕਟ ਮੈਂ ਕਹਿੰਦਾ ਕਿੰਨਾ ਵਾਟਰ ਵੇਪਰ ਫਾਰਮ ਦੇ ਵਿੱਚ ਯਾਨੀ ਕਿ ਗੈਸ ਫਾਰਮ ਦੇ ਵਿੱਚ 에ਅਰ ਦੇ ਕੋਲ ਹੈਗਾ। ਦੈਟ ਟੈਲਸ ਅਸ ਹਿਊਮਿਡਿਟੀ। ਰਿਲੇਟਿਵ ਹਿਊਮਿਡਿਟੀ ਮਤਲਬ ਕਿੰਨਾ ਪਰਸੈਂਟ ਹੋ ਸਕਦਾ ਹੈ ਐਟ ਅ ਗਿਵਨ ਟੈਂਪਰੇਚਰ ਨਾਲ ਉਹਦਾ ਬਿਲਕੁਲ ਇੱਕ ਰਿਲੇਸ਼ਨ ਬਣਦਾ ਜੀ, ਰਾਈਟ। ਸਿੰਪਲ ਤੁਸੀਂ ਇਹ ਸਮਝੋ ਕਿ ਲੈਟਸ ਸੇ ਵੀ ਹੈਵ ਦਿਸ ਵੋਲਿਊਮ ਜਿਹਦੇ ਵਿੱਚ ਕੀ ਹੈ, ਇੱਕ ਮੈਂ 에ਅਰ ਪਾਰਸਲ ਲਿੱਤਾ ਹੈ ਇਸ ਵੋਲਿਊਮ ਦਾ, ਇਹਦੇ ਵਿੱਚ 에ਅਰ ਪਾਰਟੀਕਲਸ ਨੇ। ਮੰਨ ਲਓ ਇਹ ਇਸ 에ਅਰ ਪਾਰਸਲ ਦਾ ਟੈਂਪਰੇਚਰ ਆਪਾਂ ਵਧਾਤਾ, ਜੇ ਵਧੂਗਾ ਤਾਂ ਕੀ ਹੋਊਗਾ, ਜਿਹੜੇ ਇਹ ਪਾਰਟੀਕਲਸ ਨੇ ਇਹ ਆਪਸ ਚ ਥੋੜਾ ਥੋੜਾ ਦੂਰ ਹੋਣਾ ਸ਼ੁਰੂ ਹੋ ਜਾਣਗੇ, ਇੱਕ ਦੂਜੇ ਦੂਰ ਜਾਣਗੇ ਕੁਝ ਇਸ ਤਰੀਕੇ ਨਾਲ। ਤੇ ਜੇ ਤੁਸੀਂ ਟੈਂਪਰੇਚਰ ਘਟਾਓਗੇ ਦਿਲ ਕਮ ਕਲੋਜ਼ਰ ਟੂ ਇਚ। ਜਦੋਂ ਆਪਾਂ ਦੂਰ ਦੀ ਗੱਲ ਕਰ ਰਹੇ ਹਾਂ ਟੈਕਨੀਕਲ ਟਰਮਸ ਆਪਾਂ ਕਹਿੰਦੇ ਹਾਂ ਕਿ ਇਹਨਾਂ ਕੋਲ ਜ਼ਿਆਦਾ ਕਾਈਨੈਟਿਕ એનર્ਜੀ ਆ ਚੁੱਕੀ ਹੈ ਜੀ, ਰਾਈਟ, ਜ਼ਿਆਦਾ ਕਾਈਨੈਟਿਕ એનર્ਜੀ ਆ ਚੁੱਕੀ ਹੈ। ਜਦੋਂ ਦੂਰ ਜਾ ਰਹੇ ਪਾਰਟੀਕਲਸ ਤਾਂ ਇਹ ਕੀ ਕਰ ਸਕਦੇ ਹਨ, ਦੇ ਕੈਨ ਅਕੋਮੋਡੇਟ, ਧਿਆਨ ਨਾਲ ਸੁਣੋ, ਦੇ ਕੈਨ ਅਕੋਮੋਡੇਟ ਮੋਰ ਵਾਟਰ ਇਨ ਦੀ ਫਾਰਮ ਆਫ ਵਾਟਰ ਵੇਪਰ ਬਿਟਵੀਨ them। ਐਗਜ਼ਾਮਪਲ ਜੇ ਕੋਈ ਸਿੰਪਲ ਜੀ ਗੱਲ ਹੈ, ਆਪਾਂ ਜ਼ਿਆਦਾ ਇਹਨੂੰ ਟੈਕਨੀਕਲ ਨਹੀਂ ਕਰਨਾ। ਇਹ ਦੋ 에ਅਰ ਪਾਰਟੀਕਲ ਸੀਗੇ, ਟੈਂਪਰੇਚਰ ਵਧਾਤਾ ਤਾਂ ਹੁਣ ਇਹਨਾਂ ਦਾ ਡਿਸਟੈਂਸ ਕੁਝ ਇਸ ਤਰੀਕੇ ਨਾਲ ਹੋ ਚੁੱਕਾ ਹੈ। ਇਹ ਕੇਸ A ਹੈ। ਕੇਸ B ਜਦੋਂ ਟੈਂਪਰੇਚਰ ਮੈਂ ਵਧਾਤਾ। ਕੇਸ C ਜਦੋਂ ਹੋਊਗਾ ਟੈਂਪਰੇਚਰ ਮੈਂ ਘਟਾਤਾ, ਯਾਨੀ ਕਿ ਆ ਦੇਖੋ ਹੁਣ ਇਹ ਬਿਲਕੁਲ ਨਜ਼ਦੀਕ ਆ ਚੁੱਕੇ हैं। ਇਹ C ਕੇਸ ਹੈ, ਟੈਂਪਰੇਚਰ ਤੋਂ ਘਟ ਚੁੱਕਿਆ, ਯਾਨੀ ਕਿ A ਤੇ ਲੈਟਸ ਸੇ 20 ਡਿਗਰੀ ਸੀਗਾ, B ਤੇ ਜਿਹੜਾ ਟੈਂਪਰੇਚਰ ਸੀਗਾ ਉਹ ਹੋ ਗਿਆ 30 ਡਿਗਰੀ, ਤੇ C ਤੇ ਜਿਹੜਾ ਟੈਂਪਰੇਚਰ ਸੀਗਾ ਹੋ ਗਿਆ 10 ਡਿਗਰੀ। ਹੁਣ ਤੁਸੀਂ ਆਪ ਦੇਖੋ ਕਿ ਪਹਿਲੇ ਕੇਸ ਵਿੱਚ ਕੀ ਹੈ, they have this distance between them। ਹਾਲਾਂਕਿ ਟੈਕਨੀਕਲ ਟਰਮਸ ਦੇ ਵਿੱਚ ਆਮ ਅਗੇਨ ਟਾਕਿੰਗ ਅਬਾਊਟ ਕਿ ਆਪਾਂ ਉਹਨੇ ਕਾਈਨੈਟਿਕ એનર્ਜੀ ਗੇਨ ਜਾਂ ਲੂਜ਼ ਕਰਨ ਦੀ ਗੱਲ ਕਰ ਰਹੇ, ਬਟ ਹਾਂ ਸਮਝਣ ਵਾਸਤੇ ਇੱਕ ਸਿੰਪਲ ਜਿਹੀ ਐਨਾਲੋਜੀ ਆਪਾਂ ਬਣਾ ਰਹੇ ਹਾਂ। ਜਦੋਂ ਡਿਸਟੈਂਸ ਇੰਨਾ ਹੈ ਤਾਂ ਦੇ ਕੈਨ ਐਟ ਮੈਕਸ ਅਕੋਮੋਡੇਟ ਲੈਟਸ ਸੇ ਵਨ ਮੋਰ ਮੋਲੀਕਿਊਲ ਓਵਰ ਹੇਅਰ, ਵਨ ਮੋਰ ਮੋਲੀਕਿਊਲ ਆਫ ਵਾਟਰ ਇਨ ਦੀ ਫਾਰਮ ਆਫ ਵੇਪਰ। ਵੇਪਰ ਮਤਲਬ ਉਹਰੇ ਗੈਸ ਦੀ ਫਾਰਮ ਦੀ ਹੀ ਗੱਲ ਹੋ ਰਹੀ। ਜਦੋਂ ਟੈਂਪਰੇਚਰ ਤੁਸੀਂ ਵਧਾਤਾ ਤਾਂ ਦੇ ਕੈਨ ਲੈਟਸ ਸੇ ਅਕੋਮੋਡੇਟ 1 2 3 ਮੋਰ molecules of water in vapor form। ਜਦੋਂ ਆਪਾਂ ਟੈਂਪਰੇਚਰ ਇਹਨਾਂ ਘੱਟ ਕਰਤਾ, ਆ ਦੇਖੋ, then they come close to each other। when they came close to each other, now they don't have sufficient space to accommodate any other molecule including water molecule। ਤਾਂ ਉਰੇ ਵਾਟਰ ਮੋਲੀਕਿਊਲ ਫਿਟ ਨਹੀਂ ਹੋ ਸਕਦਾ, ਉਰੇ ਇੱਕ ਹੋ ਰਿਹਾ ਸੀਗਾ, ਉਰੇ ਤਿੰਨ ਹੋ ਰਹੇ ਸੀਗੇ। that means ਕਿ ਜਦੋਂ ਆਪਾਂ ਟੈਂਪਰੇਚਰ ਵਧਾ ਰਹੇ ਹਾਂ, now listen to this, I'm talking about ਕਿ ਜਦੋਂ ਆਪਾਂ ਟੈਂਪਰੇਚਰ ਵਧਾ ਰਹੇ ਹਾਂ ਤਾਂ ਉਦੋਂ ਕੀ ਹੋ ਰਿਹਾ, ਉਦੋਂ ਮੋਇਸਚਰ holding capacity of a particular air parcel is increasing। यानी कि with temperature the moisture holding capacity ਉਹ ਕੀ ਹੁੰਦੀ ਹੈ ਜੀ, ਉਹ ਵੀ ਵੱਧਦੀ ਜਾਂਦੀ ਹੈ ਕਿਸੇ ਵੀ 에ਅਰ ਪਾਰਸਲ। ਜਦੋਂ ਇੱਕ ਪੁਆਇੰਟ ਆ ਗਿਆ ਕਿ ਜਦੋਂ ਹੁਣ ਉਸ 에ਅਰ ਪਾਰਸਲ ਦੇ ਵਿੱਚ ਟੈਂਪਰੇਚਰ ਇਸ ਤਰੀਕੇ ਨਾਲ ਆ ਚੁੱਕਾ ਹੈ, ਮੋਇਸਚਰ ਕੰਟੈਂਟ ਨਾਲ ਆ ਚੁੱਕਾ ਹੈ, ਹੁਣ ਉਹ 에ਅਰ ਪਾਰਸਲ ਬਿਲਕੁਲ ਵੀ ਐਕਸਟਰਾ ਮੋਇਸਚਰ ਅਬਜ਼ੌਰਬ ਨਹੀਂ ਕਰ ਸਕਦਾ, ਬਿਲਕੁਲ ਵੀ ਐਕਸਟਰਾ ਮੋਇਸਚਰ ਹੋਲਡ ਕਰਕੇ ਨਹੀਂ ਰੱਖ ਸਕਦਾ। ਸਾਰੀ ਗੱਲ ਜੇ ਆਪਾਂ ਐਕਸਟਰਾ ਮੋਇਸਚਰ ਦੀ ਗੱਲ ਕਰ ਰਹੇ ਹਾਂ, ਮੋਇਸਚਰ ਦੀ ਗੱਲ ਕਰ ਰਹੇ ਆਪਾਂ ਵਾਟਰ ਵੇਪਰ ਦੀ ਗੱਲ ਕਰ ਰਹੇ, ਯਾਨੀ ਕਿ ਜਿੰਨਾ ਵੀ ਪਾਣੀ ਉਹਦੇ ਕੋਲ ਸੀਗਾ ਉਹ ਹੁਣ ਇੱਕ ਪੁਆਇੰਟ ਇਹੋ ਜਿਹਾ ਆ ਚੁੱਕਿਆ ਹੈ ਜਿੱਥੇ ਇਸ ਤੋਂ ਜ਼ਿਆਦਾ ਉਹ ਵਾਟਰ ਵੇਪਰ ਦੀ ਫਾਰਮ ਵਿੱਚ ਪਾਣੀ ਨੂੰ ਹੋਲਡ ਕਰਕੇ ਨਹੀਂ ਰੱਖ ਸਕਦੀ 에ਅਰ। ਮੰਨ ਲਓ ਉਸ ਤੋਂ ਉੱਤੇ ਕੀ ਹੋਣਾ, ਉਸ ਤੋਂ ਅੱਗੇ ਜਾਣੀ ਹੈ ਕੰਡੈਂਸੇਸ਼ਨ ਦੀ ਗੱਲ ਹੋਣੀ, ਰਾਈਟ, ਕੰਡੈਂਸੇਸ਼ਨ।
ਜਿੱਥੇ ਇੱਕ ਇਕੁਇਲਿਬ੍ਰੀਅਮ ਆ ਚੁੱਕਿਆ ਹੈ ਕਿ ਲੈਟਸ ਸੇ ਹੁਣ ਜੇ ਤੁਸੀਂ ਕੋਈ ਵੀ ਐਕਸਟਰਾ ਵਾਟਰ ਮੋਲੀਕਿਊਲ ਉਰੇ ਆ ਵੇਪਰ ਦੀ ਫਾਰਮ ਵਿੱਚ, ਤਾਂ ਇਮੀਡੀਏਟਲੀ ਉਹਨੇ ਕੀ ਹੋ ਜਾਣਾ, ਇਮੀਡੀਏਟਲੀ ਉਹਨੇ ਕੰਡੈਂਸ ਹੋ ਜਾਣਾ। ਕੰਡੈਂਸ ਹੋ ਜਾਊਗਾ ਅਰਾਊਂਡ ਲੈਟਸ ਸੇ ਜਿਹੜੇ ਤੁਹਾਡੀ ਡਸਟ ਪਾਰਟੀਕਲਸ ਹੈ ਉਹਦੇ ਅਰਾਊਂਡ ਛੋਟੀ ਕੰਡੈਂਸੇਸ਼ਨ ਹੋਣੀ ਸ਼ੁਰੂ ਹੋ ਜਾਏਗੀ ਬੂੰਦਾਂ ਦੀ ਫਾਰਮ ਵਿੱਚ। ਤਾਂ ਉਹ ਪੁਆਇੰਟ ਕੀ ਬਣ ਗਿਆ, ਉਹ ਪੁਆਇੰਟ ਆ ਚੁੱਕਾ ਜੀ ਰਿਲੇਟਿਵ ਹਿਊਮਿਡਿਟੀ ਦਾ। ਰਿਲੇਟਿਵ ਹਿਊਮਿਡਿਟੀ ਜਿੱਥੇ 100% ਤੇ ਆ ਚੁੱਕੀ ਹੈ। ਰਿਲੇਟਿਵ ਹਿਊਮਿਡਿਟੀ 100% ਮਤਲਬ ਉਹ ਪੁਆਇੰਟ ਹੈ ਜਿੱਥੇ ਹੁਣ ਮੈਕਸਿਮਮ ਜੋ ਵਾਟਰ ਸੀਗਾ ਵੇਪਰ ਫਾਰਮ ਵਿੱਚ ਇੰਨਾ ਹੀ ਹੋ ਸਕਦਾ। ਇਸ ਤੋਂ ਬਾਹਰ, ਇਸ ਤੋਂ ਬਾਅਦ ਜੇ ਟੈਂਪਰੇਚਰ ਟੈਂਪਰੇਚਰ ਛੱਡੋ, ਇਸ ਤੋਂ ਬਾਅਦ ਜੇ ਕੋਈ ਐਕਸਟਰਾ ਵਾਟਰ ਮੋਲੀਕਿਊਲ ਉਰੇ ਆਉਂਦਾ ਹੈ ਤਾਂ ਉਹ ਕੀ ਹੋਊਗਾ, ਉਹ ਕੰਡੈਂਸ ਹੀ ਹੋਣ ਵਾਲਾ ਹੈ, ਕੰਡੈਂਸੇਸ਼ਨ ਹੀ ਹੋਣੇ ਵਾਲੀ ਹੈ। ਤਾਂ ਰਿਲੇਟਿਵ ਹਿਊਮਿਡਿਟੀ ਇਟ ਇਜ਼ ਕਿ ਜਦੋਂ 100% ਤੁਹਾਡੀ 에ਅਰ ਜਿਹੜੀ ਹੈਗੀ ਉਹ ਸੈਚੂਰੇਟ ਹੋ ਚੁੱਕੀ ਹੈ, ਇਸ ਤੋਂ ਜ਼ਿਆਦਾ ਉਹ ਮੋਇਸਚਰ ਹੋਲਡ ਨਹੀਂ ਕਰਕੇ ਰੱਖ ਸਕਦੀ। ਦੈਟ ਇਜ਼ ਰਿਲੇਟਿਵ ਹਿਊਮਿਡਿਟੀ ਮੀਨਿੰਗ 100%। ਯਾਨੀ ਕਿ ਇਹ ਜਿਹੜਾ ਪੁਆਇੰਟ ਹੈ, ਇਹ ਪੁਆਇੰਟ ਆ ਚੁੱਕਾ ਜੀ ਡਿਊ ਪੁਆਇੰਟ। ਜਿਸ ਟੈਂਪਰੇਚਰ ਤੇ ਇਹ ਪੁਆਇੰਟ ਆਊਗਾ ਉਹ ਹੋਊਗਾ ਡਿਊ ਪੁਆਇੰਟ। ਅਗੇਨ ਡਿਊ ਪੁਆਇੰਟ ਕੀ ਹੈ, ਇੱਕ ਟੈਂਪਰੇਚਰ ਹੈ ਕਿੱਥੇ, ਜਿੱਥੇ ਸੈਚੂਰੇਸ਼ਨ ਹੋ ਰਹੀ ਹੈ। ਸੈਚੂਰੇਸ਼ਨ ਦਾ ਮਤਲਬ ਕੀ ਹੈ ਕਿ ਰਿਲੇਟਿਵ ਹਿਊਮਿਡਿਟੀ ਜਿਹੜੀ ਤੁਹਾਡੀ ਹੈ ਜੀ ਇਹ 100% ਹੈ। ਇਹ ਤਿੰਨੋਂ ਚੀਜ਼ਾਂ ਨੂੰ ਇੱਕ ਵਾਰ ਤੁਸੀਂ ਦੁਬਾਰਾ ਵੀਡੀਓ ਨੂੰ ਪੌਜ਼ ਕਰੋ ਤੇ ਇਸ ਨੂੰ ਫੋਲੋ ਕਰੋ। ਡਿਊ ਪੁਆਇੰਟ ਇੱਕ ਟੈਂਪਰੇਚਰ ਹੈ, ਡਿਊ ਪੁਆਇੰਟ ਤੇ ਕੀ ਹੋਣ ਵਾਲਾ, ਸੈਚੂਰੇਸ਼ਨ ਹੋਣ ਵਾਲੀ। ਵਾਟ ਡੂ ਮੀਨ ਬਾਈ ਸੈਚੂਰੇਸ਼ਨ, ਕਿ ਉਰੇ ਜਿੰਨਾ ਵੀ ਵਾਟਰ ਵੇਪਰ ਹੈਗਾ ਉਸ 에ਅਰ ਪਾਰਸਲ ਦੇ ਵਿੱਚ, ਉਹ ਇਸ ਤੋਂ ਜ਼ਿਆਦਾ ਇਹਨੂੰ ਹੋਲਡ ਨਹੀਂ ਕਰਕੇ ਰੱਖ ਸਕਦੀ। ਜੇ ਐਕਸਟਰਾ ਕੋਈ ਵਾਟਰ ਵੇਪਰ ਉਰੇ ਆਊਗਾ ਤਾਂ ਉਹਨੂੰ ਕੰਡੈਂਸ ਹੋ ਜਾਣਾ ਪੈਣਾ। ਇਹ ਪੁਆਇੰਟ ਹੈ, ਇਹ ਫੇਜ਼ ਹੈ ਸੈਚੂਰੇਸ਼ਨ ਦਾ ਫੇਜ਼। ਤੇ ਸੈਚੂਰੇਸ਼ਨ ਦੇ ਫੇਜ਼ ਨੂੰ ਆਪਾਂ ਡਿਸਕ੍ਰਾਈਬ ਕਰਦੇ ਹਾਂ ਬਾਈ ਸਟੇਟਿੰਗ ਦੈਟ ਉਰੇ ਰਿਲੇਟਿਵ ਹਿਊਮਿਡਿਟੀ ਕਿੰਨੀ ਹੈ ਜੀ, 100% ਹੈ ਜੀ। ਰਿਲੇਟਿਵ ਹਿਊਮਿਡਿਟੀ 100% ਹੈ, ਯਾਨੀ ਐਟ ਅ ਗਿਵਨ ਟੈਂਪਰੇਚਰ ਇਸ ਤੋਂ ਜ਼ਿਆਦਾ ਉੱਥੇ ਵਾਟਰ ਵੇਪਰ ਦੀ ਫਾਰਮ ਵਿੱਚ ਨਹੀਂ ਹੋ ਸਕਦਾ। ਜੇ ਕੁਝ ਐਕਸਟਰਾ ਹੋਊਗਾ ਤਾਂ ਉਹ ਕੰਡੈਂਸ ਹੋਣ ਹੀ ਵਾਲਾ ਹੈ। ਦਿਸ ਇਜ਼ ਡਿਊ ਪੁਆਇੰਟ। ਦੈਨ ਵੈਨ 에ਅਰ ਇਜ਼ ਸੈਚੂਰੇਟਿਡ ਦ ਟੈਂਪਰੇਚਰ ਇਕੁਅਲਸ ਦ ਡਿਊ ਪੁਆਇੰਟ ਟੈਂਪਰੇਚਰ। ਇਹ ਆਪਾਂ ਹੁਣੇ ਕਵਰ ਕੀਤੀ ਹੈ। ਦ ਸੈਕੰਡ ਸਟੇਟਮੈਂਟ ਇਜ਼ ਆਲਸੋ ਕਰੈਕਟ। Third statement says a higher dew point indicates drier air. ਹੁਣ ਇਹ ਅਗੇਨ ਕਨਸੈਪਚੁਅਲ ਪੁਆਇੰਟ ਹੈ। a higher dew point ਕਿ dew point ਜਦੋਂ ਹਾਈ ਹੈ ਜੀ, ਉਹ ਦਿਖਾ ਰਿਹਾ ਤੁਹਾਨੂੰ ਇਟਸ ਅ ਡਰਾਈ 에ਅਰ। ਨੋ, ਦਿਸ ਇਜ਼ ਇਨਕਰੈਕਟ। ਜੇ dew point ਹਾਈ ਹੈ ਉਹਦਾ ਮਤਲਬ ਕੀ ਹੈ ਕਿ ਉੱਥੇ ਮੋਇਸਟ 에ਅਰ ਹੈ, ਮੋਇਸਟ 에ਅਰ ਹੈ, ਡਰਾਈ 에ਅਰ ਨਹੀਂ ਹੈਗੀ ਉਹ। ਡਿਊ ਪੁਆਇੰਟ ਕੀ ਹੈ, ਡਿਊ ਪੁਆਇੰਟ ਆਪਾਂ ਕਹਿੰਦੇ ਕਿ ਜਿੱਥੇ ਰਿਲੇਟਿਵ ਹਿਊਮਿਡਿਟੀ ਕਿੱਥੇ ਹੋ ਚੁੱਕੀ ਹੈ ਜੀ, 100% ਹੋ ਚੁੱਕੀ ਹੈ। ਯਾਨੀ ਕਿ ਡਿਊ ਪੁਆਇੰਟ ਹਾਈ ਦਾ ਮਤਲਬ ਕੀ ਹੈ, ਫॉर एग्जांपल ਲੈਟਸ ਸੇ 30 ਡਿਗਰੀ ਦੀ ਗੱਲ ਕਰ ਰਹੇ ਹਾਂ ਜਾਂ ਫਿਰ ਆਪਾਂ 35 ਡਿਗਰੀ ਦੀ ਗੱਲ ਕਰ ਰਹੇ ਹਾਂ, ਦਿਸ ਇਜ਼ ਹਾਈ ਡਿਊ ਪੁਆਇੰਟ ਵਰਸਸ ਲੈਟਸ ਸੇ 10 ਡਿਗਰੀ 15 ਡਿਗਰੀ। ਅਗੇਨ ਸੈਲਸੀਅਸ ਦੀ ਗੱਲ ਕਰ ਰਹੇ ਹਾਂ, ਟੈਂਪਰੇਚਰ ਦੀ ਗੱਲ ਕਰ ਰਹੇ ਹਾਂ। ਹੁਣ ਹਾਈ ਡਿਊ ਪੁਆਇੰਟ ਦਾ ਮਤਲਬ ਕੀ ਹੈ ਕਿ ਉਰੇ ਨਾ ਜਿਹੜਾ ਮੋਇਸਚਰ ਸੀਗਾ ਉਹ ਜ਼ਿਆਦਾ ਸੀਗਾ, ਮੋਇਸਚਰ ਜ਼ਿਆਦਾ ਸੀਗਾ ਤਾਂ ਜਾ ਕੇ ਤੁਸੀਂ ਆਪ ਦੇਖੋ, ਤੁਸੀਂ ਟੈਂਪਰੇਚਰ ਨੂੰ ਸਮਝੋ ਕਿ 30 ਤੋਂ 35 ਦੀ ਜਦੋਂ ਮੈਂ ਗੱਲ ਕਰ ਰਿਹਾ ਤਾਂ ਉਰੇ ਮੈਂ ਕਹਿ ਰਿਹਾ ਕਿ 에ਅਰ ਪਾਰਸਲ ਜਿਹੜੇ ਹੈਗੇ ਆ ਦੂਰ ਹੈ ਜੀ, ਦੂਰ ਹੈ। ਦੇ ਕੈਨ ਅਕੋਮੋਡੇਟ ਮੈਨੀ ਮੋਲੀਕਿਊਲਸ ਆਫ ਵਾਟਰ ਓਵਰ ਹੇਅਰ। ਤਾਂ ਜ਼ਿਆਦਾ ਉਰੇ ਮੋਇਸਚਰ ਆ ਸਕਦਾ ਹੈ। ਅ ਹਾਇਰ ਡਿਊ ਪੁਆਇੰਟ ਉਦੋਂ ਹੀ ਰੀਚ ਹੋਊਗਾ, 100% ਰਿਲੇਟਿਵ ਹਿਊਮਿਡਿਟੀ ਉਦੋਂ ਹੀ ਆਊਗੀ ਜਦੋਂ ਉਰੇ ਬਹੁਤ ਸਾਰਾ ਮੋਇਸਚਰ ਹੋਏਗਾ। ਤਾਂ ਦੈਟ ਮੀਨਸ ਕਿ ਹਾਇਰ ਡਿਊ ਪੁਆਇੰਟ ਇੰਡੀਕੇਟਸ ਹਾਈ ਮੋਇਸਚਰ ਕੰਟੈਂਟ। ਤੇ ਲੋਅਰ ਦੀ ਆਪਾਂ ਗੱਲ ਕਰੀ, ਤੁਸੀਂ ਆਪ ਸੋਚੋ ਅਗੇਨ ਉਰੇ ਦੇਖੋ 10 ਤੋਂ 15 ਡਿਗਰੀ ਤੇ ਟੈਂਪਰੇਚਰ ਲੋ ਹੈ ਜੀ, ਉਰੇ ਜੇ ਡਿਊ ਪੁਆਇੰਟ ਆ ਗਿਆ ਮਤਲਬ ਉਰੇ ਪਾਰਟੀਕਲਸ ਕੁਝ ਇੰਨਾ ਕਲੋਜ਼ ਸੀਗੇ, ਆ ਦੇਖੋ ਕੁਝ ਇਸ ਲੈਵਲ ਤੇ ਸੀਗੇ। ਪਹਿਲੇ ਕੇਸ ਵਿੱਚ ਆਪਾਂ ਕਿਹਾ ਕਿ ਬਹੁਤ ਜ਼ਿਆਦਾ ਗੈਪ ਤੇ ਸੀਗੇ ਕਿਉਂਕਿ ਟੈਂਪਰੇਚਰ ਸੀਗਾ ਜ਼ਿਆਦਾ, ਤਾਂ ਦੇ ਵਰ ਫਾਰ ਅਵੇ ਫਰਮ ਈਚ ਅਦਰ। ਨਾਓ ਦੇ ਆਰ ਨਾਟ ਦੈਟ ਫਾਰ ਅਵੇ। ਐਂਡ ਇਹਦੇ ਵਿੱਚ ਕੀ ਹੈ, ਇਹਦੇ ਵਿੱਚ ਜਿਹੜੀ ਸੈਚੂਰੇਸ਼ਨ ਹੋ ਰਹੀ ਹੈ, ਉਰੇ ਸੈਚੂਰੇਸ਼ਨ ਜਿਹੜੀ ਹੋ ਰਹੀ ਹੈ ਉਹ ਕਿਸ ਤੇ ਹੋ ਰਹੀ ਹੈ, ਘੱਟ ਟੈਂਪਰੇਚਰ ਤੇ ਹੋ ਰਹੀ ਹੈ। ਯਾਨੀ ਕਿ ਟੈਂਪਰੇਚਰ ਵੀ ਉਰੇ ਘੱਟ ਹੈ ਤੇ ਮੋਇਸਚਰ ਵੀ ਉਰੇ ਘੱਟ ਹੈ, ਕਿਉਂਕਿ ਤੁਸੀਂ ਦੇਖੋ ਕਿ ਟੈਂਪਰੇਚਰ ਜ਼ਿਆਦਾ ਨਹੀਂ ਹੈ ਤਾਂ ਉਹਦੇ ਕਰਕੇ ਜਿਹੜੇ ਮੋਲੀਕੂਲ ਦੂਰ ਨਹੀਂ ਗਏ, ਵਿਚਾਲੇ ਇੱਕ ਜਾਂ ਦੋ ਮੋਲੀਕੂਲਸ ਵੀ ਪਾਣੀ ਦੇ ਆ ਰਹੇ ਨੇ। ਦੈਟ ਮੀਨਸ ਰਿਲੇਟਿਵਲੀ ਡਰਾਈ 에ਅਰ ਹੈ, ਉੱਥੇ ਵੀ ਸੈਚੂਰੇਸ਼ਨ ਉਰੇ ਹੋ ਪਾ ਰਹੀ ਹੈ। ਸੋ ਅ ਹਾਇਰ ਡਿਊ ਪੁਆਇੰਟ ਇੰਡੀਕੇਟਸ moist air, not dry air. Then relative humidity is always higher in cooler temperature irrespective of moisture content. Now this is absolutely false statement. Why? Relative humidity यानी कि एयर दी मॉइस्चर होल्डिंग कैपेसिटी एट अ गिवन टेंपरेचर ਇੱਕ ਪਾਰਟਿਕੂਲਰ ਟੈਂਪਰੇਚਰ ਤੇ ਕਿੰਨਾ ਉਹ ਮੋਇਸਚਰ ਹੋਲਡ ਕਰਕੇ ਰੱਖ ਸਕਦਾ ਸੈਚੂਰੇਟ ਹੋਣ ਤੋਂ ਪਹਿਲਾਂ। ਇਹ ਰਿਲੇਟਿਵ ਹਿਊਮਿਡਿਟੀ ਦੱਸ ਰਹੀ ਹੈ। ਜੇ ਮੈਂ ਲੈਟਸ ਸੇ ਟੈਂਪਰੇਚਰ ਵਧਾ ਦੂੰਗਾ ਤਾਂ ਜਿਹੜੇ ਮੋਲੀਕਿਊਲਸ ਹੈ 에ਅਰ ਦੇ ਉਹ ਦੂਰ ਜਾਣਾ ਸ਼ੁਰੂ ਕਰ ਦੇਣਗੇ। ਦੈਟ ਮੀਨਸ ਕਿ ਉਹ ਹੁਣ ਜ਼ਿਆਦਾ
ਮੋਇਸਚਰ ਨੂੰ ਹੋਲਡ ਕਰਕੇ ਰੱਖ ਸਕਦੇ ਹਾਂ, ਜ਼ਿਆਦਾ ਮੋਇਸਚਰ ਹੋਲਡਿੰਗ ਕੈਪੈਸਿਟੀ ਵੱਧ ਜੂਗੀ। ਜੇ ਮੈਂ ਟੈਂਪਰੇਚਰ ਨੂੰ ਘੱਟ ਕਰ ਦੂੰ ਤਾਂ ਉਹਦੀ ਜਿਹੜੀ ਮੋਇਸਚਰ ਹੋਲਡਿੰਗ ਕੈਪੈਸਿਟੀ ਘਟ ਜੂਗੀ। ਤਾਂ ਟੈਂਪਰੇਚਰ ਨਾਲ ਤਾਂ ਲੀਕ ਹੋਣਾ ਹੀ ਹੋਣਾ ਜੀ। ਤਾਂ fourth statement is incorrect. Now in this case we have two statements only which are correct. Next, now this question deals with types of rainfalls. Orographic rainfall occurs when moisture laden winds ascend a mountain barrier. ਦੇਖੋ ਜਦੋਂ word ਆ ਜਾਂਦਾ ਜੀ ਓਰੋ ਦਾ ਮਤਲਬ ਕੀ ਹੈ? ਰਿਲੇਟਡ ਟੂ ਮਾਊਂਟੇਨਸ। ਆਪਾਂ ਲੈਂਡ ਫਾਰਮਸ ਵਾਲਾ ਚੈਪਟਰ ਜਦੋਂ ਕਵਰ ਕੀਤਾ ਸੀ ਉਹਦੇ ਵਿੱਚ ਆਪਾਂ ਔਰੋਜੈਨਿਕ ਫੋਰਸਿਸ ਦੀ ਗੱਲ ਕੀਤੀ ਸੀਗੀ, ਐਪੀਰੀਓਜੈਨਿਕ ਫੋਰਸਿਸ ਦੀ ਗੱਲ ਕੀਤੀ। ਔਰੋ ਮਤਲਬ ਮਾਊਂਟੇਨ, ਤਾਂ ਉਹਦੇ ਔਰੋਗ੍ਰਾਫਿਕ ਮਤਲਬ ਮਾਊਂਟੇਨਸ ਦੇ ਕਾਰਨ ਜਿਹੜੀ ਉੱਥੇ ਬਰਸਾਤ ਹੋ ਰਹੀ ਹੈ। ਤਾਂ ਹੁਣ ਆਪਾਂ ਦੇਖਦੇ ਹਾਂ ਕਿ ਲੈਟਸ ਸੇ ਵੀ ਹੈਵ ਦਿਸ ਸਲੋਪ ਓਵਰ ਹੇਅਰ। ਤਾਂ ਜਿਵੇਂ ਜਿਵੇਂ ਲੈਟਸ ਸੇ ਮੋਇਸਚਰ ਲੇਡਨ ਵਿੰਡਸ they strike this part of the mountain, this slope of the mountain, then they start to rise. They start to rise. ਹੁਣ ਜਦੋਂ ਇਹਨਾਂ ਦੀ ਹਾਈਟ ਵੱਧਦੀ ਜਾ ਰਹੀ ਹੈ ਤਾਂ ਕਿਆ ਉਹਦੇ ਟੈਂਪਰੇਚਰ ਘਟੂਗਾ? The answer is yes, ਟੈਂਪਰੇਚਰ ਘਟੂਗਾ, ਬਿਲਕੁਲ ਘਟੂਗਾ। ਜੇ ਟੈਂਪਰੇਚਰ ਘਟੂਗਾ ਤਾਂ ਕੀ ਮੈਂ ਕਹਿ ਸਕਦਾ ਕਿ ਜਿਹੜੇ ਦੂਰ ਦੂਰ ਮੋਲੀਕਿਊਲ ਸੀਗੇ, 에ਅਰ ਪਾਰਸਲ ਸੀਗੇ, ਉਹ ਨਜ਼ਦੀਕ ਆਣਾ ਸ਼ੁਰੂ ਹੋਣਗੇ? The answer is yes, ਟੈਂਪਰੇਚਰ ਘਟਦਾ ਜਾ ਰਿਹਾ। ਟੈਂਪਰੇਚਰ ਘਟ ਰਿਹਾ ਤਾਂ ਕਿਆ ਉਹਦੇ ਕੰਡੈਂਸੇਸ਼ਨ ਦੇ ਚਾਂਸਸ ਵੱਧ ਸਕਦੇ ਆ? The answer is of course ਵੱਧ ਸਕਦੇ ਆ ਜੀ। ਸੋ ਔਰੋਗ੍ਰਾਫਿਕ ਰੇਨਫਾਲ ਕਦੋਂ ਹੋ ਰਹੀ ਹੈ? ਜਦੋਂ air is being uplifted because of this mountain slope on this side. So orographic rainfall occurs when moisture laden winds ascend mountain barrier. The answer is yes. Convectional rainfall is most common in tropical regions during the early morning hours. Convectional rainfall मतलब कि ਹੀਟ ਦੇ ਕਰਕੇ ਥਰਮਲ ਇਨ origin ਸਨ ਦੀ ਰੇਜ਼ ਪੈ ਰਹੀਆਂ, ਉਹਦੇ ਕਰਕੇ ਕੀ ਹੋ ਰਿਹਾ ਜੀ? ਆਹ ਜਿਹੜਾ ਸਰਫੇਸ ਸੀਗਾ, ਆ ਸਾਰਾ ਸਰਫੇਸ ਸੀਗਾ, ਇਟ ਗੈਟਸ ਹੀਟਡ ਅਪ, ਰਾਈਟ। ਜੇ ਲੈਟਸ ਸੇ ਆ ਸਾਰਾ ਜਿਹੜਾ ਸਰਫੇਸ ਹੈ ਇਟ ਡਿਨੋਟਸ ਓਸ਼ਨ ਵਾਟਰ, ਤਾਂ ਉਹਦੇ ਕੀ ਹੋਣਾ ਸ਼ੁਰੂ ਹੋਣਾ? ਇਵੈਪੋਰੇਸ਼ਨ ਹੋਊਗੀ। ਇਵੈਪੋਰੇਸ਼ਨ ਹੋਊਗੀ, ਰਾਈਟ, ਇਵੈਪੋਰੇਸ਼ਨ ਹੋਊਗੀ, ਇਵੈਪੋਰੇਸ਼ਨ ਜਦੋਂ ਹੋ ਰਹੀ ਹੈ ਤਾਂ ਜਿਹੜਾ ਵਾਟਰ ਹੈਗਾ ਉਹ ਗੈਸ ਦੀ ਫਾਰਮ ਵਿੱਚ ਹੈ ਜੀ, ਵੇਪਰ ਫਾਰਮ ਦੇ ਵਿੱਚ ਹੈ। ਤੇ ਇਹ ਕਿਉਂਕਿ hotter in nature it will continue to rise, it will continue to rise, it will continue to rise and eventually ਇੱਕ ਪੁਆਇੰਟ ਆਊਗਾ ਜਿੱਥੇ ਇਹਨੇ ਕੂਲ ਡਾਊਨ ਹੋਣਾ ਸ਼ੁਰੂ ਹੋ ਜਾਣਾ। ਜਦੋਂ ਕੂਲ ਡਾਊਨ ਹੋਣਾ ਸ਼ੁਰੂ ਹੋਊਗਾ ਤਾਂ ਕੀ ਹੋਊਗਾ? ਤਾਂ ਕਿਆ ਕੰਡੈਂਸੇਸ਼ਨ ਹੋ ਸਕਦੀ ਹੈ? ਬਿਲਕੁਲ ਕੰਡੈਂਸੇਸ਼ਨ ਦਾ ਮਤਲਬ ਹੈ ਕਿ ਹੁਣ ਉਹ ਵੇਪਰ ਫਾਰਮ ਤੋਂ ਲਿਕੁਇਡ ਫਾਰਮ ਵਿੱਚ ਕਨਵਰਟ ਹੋ ਰਿਹਾ। ਜੋ ਕਲਾਊਡਸ ਆਪਾਂ ਦੇਖਦੇ ਹਾਂ ਤਾਂ ਉਹ ਕੰਡੈਂਸਡ ਪਾਰਟ ਹੁੰਦਾ ਹੈ ਜੀ, ਉੱਥੇ ਲਿਕੁਇਡ ਫਾਰਮ ਵਿੱਚ ਥੋੜੇ ਡ੍ਰੌਪਲੇਟਸ ਆ ਚੁੱਕੇ ਹੁੰਦੇ ਆ। ਸੋ ਕਨਵੈਕਸ਼ਨਲ ਰੇਨਫਾਲ ਇਜ਼ ਮੋਸਟ ਕਾਮਨ ਇਨ ਟ੍ਰੋਪੀਕਲ ਰੀਜਨਸ, ਕਿਉਂਕਿ ਸਨਲਾਈਟ ਸਭ ਤੋਂ ਜ਼ਿਆਦਾ ਟ੍ਰੋਪੀਕਲ ਰੀਜਨਸ ਪੈ ਰਹੀ ਹੈ, ਤਾਂ ਕਨਵੈਕਸ਼ਨਲ ਰੇਨਫਾਲ ਵੀ ਸਭ ਤੋਂ ਜ਼ਿਆਦਾ ਕਾਮਨ ਹੁੰਦੀ ਹੈ ਤੁਹਾਨੂੰ ਇਨ ਜਨਰਲ ਟ੍ਰੋਪੀਕਲ ਰੀਜਨ ਵਿੱਚ ਦੇਖਣ ਨੂੰ ਮਿਲਦੀ। ਪਰ ਡਿਊਰਿੰਗ अर्ਲੀ ਮਾਰਨਿੰਗ ਆਵਰਸ, ਨੋ ਦਿਸ ਇਜ਼ ਇਨਕਰੈਕਟ, ਨਾਟ ਡਿਊਰਿੰਗ ਦੀ अर्ਲੀ ਮਾਰਨਿੰਗ ਆਵਰਸ। ਜਨਰਲੀ ਜੇ ਆਪਾਂ ਇਕੁਏਟਰ ਦੇ ਆਸ-ਪਾਸ ਦੀ ਵੀ ਗੱਲ ਕਰੀਏ, ਇਕੁਏਟਰ ਦੇ ਆਸ-ਪਾਸ ਦੀ ਗੱਲ ਕਰੀਏ, ਟ੍ਰੋਪੀਕਲ ਦੀ ਗੱਲ ਕਰੀਏ, ਠੀਕ ਹੈ, ਤਾਂ ਉਰੇ ਕੀ ਹੁੰਦਾ ਕਿ ਮੈਕਸਿਮਮ ਸਨਲਾਈਟ ਕਦੋਂ ਪੈਣੀ ਸ਼ੁਰੂ ਹੋਣੀ? ਤੁਸੀਂ ਕਹੋਗੇ ਸਰ ਆਫਟਰਨੂਨ ਚ ਪੈਣੀ ਸ਼ੁਰੂ ਹੋਊਗੀ। ਐ ਤਾਂ ਹੈ ਨਹੀਂ ਕਿ ਰਾਤ ਨੂੰ ਉਰੇ ਸੂਰਜ ਹੈ, ਰਾਈਟ। ਤਾਂ ਆਫਟਰਨੂਨ ਦੇ ਵਿੱਚ ਟੈਂਪਰੇਚਰ ਉਸ ਤੋਂ ਬਾਅਦ ਥੋੜਾ ਵਧਣਾ ਸ਼ੁਰੂ ਹੋਣਾ। ਇਵੈਂਚੁਅਲੀ ਕੀ ਹੁੰਦਾ ਉਰੇ ਨਾ 3-4 ਵਜੇ ਦੇ ਆਸ-ਪਾਸ ਅਮੂਮਨ ਆਪਾਂ ਨੂੰ ਬਰਸਾਤ ਦੇਖਣ ਨੂੰ ਮਿਲਦੀ ਹੈ ਸ਼ਾਮ, ਰਾਈਟ। ਸੋ ਆਫਟਰਨੂਨ ਤੋਂ ਬਾਅਦ ਇੱਕ ਸ਼ਾਰ ਉਰੇ ਦੇਖਣ ਨੂੰ ਮਿਲਦੇ ਆ। अर्ਲੀ ਮਾਰਨਿੰਗ ਆਵਰਸ ਦੇ ਵਿੱਚ ਉਰੇ ਜਨਰਲੀ ਬਰਸਾਤ ਆਪਾਂ ਨੂੰ ਦੇਖਣ ਨੂੰ ਨਹੀਂ ਮਿਲਦੀ, ਉਹ ਵੀ ਕਨਵੈਕਸ਼ਨਲ ਰੇਨਫਾਲ। This statement is incorrect. Frontal rainfall is associated with meeting of warm and cold air masses. ਹਾਂਜੀ, ਜਦੋਂ ਆਪਾਂ ਐਟਮੋਸਫੇਰਿਕ ਸਰਕੂਲੇਸ਼ਨਸ ਕਵਰ ਕੀਤੀ ਸੀਗੀਆਂ, ਆਪਾਂ 3 ਟਾਈਪ ਦੇ ਸੈਲਸ ਵੀ ਕਵਰ ਕੀਤੇ ਸੀਗੇ, ਹੈਡਲੀ ਸੈਲ, ਫੈਰਲ ਸੈਲ ਐਂਡ ਪੋਲਰ ਸੈਲ, ਰਾਈਟ। ਤਾਂ ਜਦੋਂ ਆਪਾਂ ਪੋਲਰ ਸੈਲ ਦੀ ਤੇ ਆਪਾਂ ਫੈਰਲ ਸੈਲ ਦੀ ਗੱਲ ਕਰੀਏ, ਇਨਫੈਕਟ ਉੱਥੋਂ ਆਪਾਂ ਗੱਲ ਕਰ ਰਹੇ ਸੀਗੇ ਕਿ ਪੋਲਰ ਰੀਜਨਸ ਤੋਂ ਪੋਲਰ ਈਸਟਰਲੀ ਚੱਲਦੀਆਂ ਐਂਡ ਇਧਰੋਂ ਵੈਸਟਰਲੀ ਚੱਲ ਰਹੀ, ਰਾਈਟ। ਇਹ ਕੀ ਹੈ ਜੀ? ਇਹ ਸਬ ਟ੍ਰੋਪੀਕਲ ਹਾਈ ਪ੍ਰੈਸ਼ਰ ਬੈਲਟ ਹੈ। ਇੱਥੋਂ ਕੀ ਹੋ ਰਿਹਾ? ਇੱਥੋਂ ਪੋਲਰ ਈਸਟਰਲੀ ਚੱਲ ਰਹੀ ਹੈ ਐਂਡ ਇਧਰੋਂ ਕੀ ਚੱਲ ਰਹੀ ਹੈ? ਵੈਸਟਰਲੀ। ਤਾਂ ਯਾਨੀ ਕਿ ਪੋਲਰ ਈਸਟਰਲੀ ਕੁਝ ਇਸ ਤਰੀਕੇ ਨਾਲ ਆ ਰਹੀ ਹੈ ਫਰੋਮ ਪੋਲਸ ਐਂਡ ਦੈਨ ਵੀ ਹੈਵ ਓਵਰ ਹੇਅਰ ਸਬ ਟ੍ਰੋਪੀਕਲ ਵੈਸਟਰਲੀਜ਼। ਸੋ ਦੋਵਾਂ ਦਾ ਨੇਚਰ ਅਲੱਗ-ਅਲੱਗ ਹੈ ਜੀ। ਇੱਕ ਹੈਗੀ ਹੈ ਡੈਂਸਰ, ਡਰਾਇਰ, colder in nature, which is polar easterlies on this side, and on this side we have subtropical high pressure zone ਤੋਂ ਜਿਹੜੀ winds ਚੱਲ ਰਹੀਆਂ ਸਰਫੇਸ ਤੇ, they are westerlies. Westerlies are again relatively I would say warm in nature, right? Density ਵੀ ਇਹਨਾਂ ਦੀ ਘੱਟ ਹੋਗੀ, right? ਤਾਂ ਉਰੇ ਜਦੋਂ ਇਹ ਦੋ ਇੰਟਰੈਕਟ ਕਰ ਰਹੀਆਂ ਇੱਕ ਸਬ ਪੋਲਰ ਲੋ ਪ੍ਰੈਸ਼ਰ ਜ਼ੋਨ ਬਣਾ ਰਹੀਆਂ ਅਰਾਊਂਡ 60 ਡਿਗਰੀ ਨਾਰਥ ਐਂਡ 60 ਡਿਗਰੀ ਸਾਊਥ।
ਤਾਂ ਇਹ ਦੋ 에ਅਰ ਮਾਸ ਹੈ ਜੀ, ਇਹ ਕੋਲਡਰ 에ਅਰ ਮਾਸ ਹੈ ਐਂਡ ਦਿਸ ਇਜ਼ ਵਾਰਮਰ 에ਅਰ ਮਾਸ, ਦੇ ਬੋਥ ਆਰ ਇੰਟਰੈਕਟਿੰਗ ਨਾਓ। ਜੇ ਦੋ ਇਹ ਕੰਟਰਾਸਟਿੰਗ ਇੱਕ ਨੇਚਰ ਹੈ, ਦਿਸ ਇਜ਼ ਕੋਲਡਰ ਡੈਂਸਰ, ਦਿਸ ਇਜ਼ ਵਾਰਮਰ ਐਂਡ ਲਾਈਟਰ, ਦੋਵਾਂ ਦੀ ਇੰਟਰੈਕਸ਼ਨ ਹੋ ਰਹੀ ਹੈ ਤਾਂ ਇੱਕ 에ਅਰ ਮਾਸ ਦੀ ਹਮੇਸ਼ਾ ਟੈਂਡੈਂਸੀ ਰਹੂਗੀ ਟੂ ਰਾਈਜ਼ ਅਪ, ਦਿਸ ਟੂ ਰਾਈਜ਼ ਅਪ। ਜੇ ਇਹ ਰਾਈਜ਼ ਅਪ ਹੋ ਰਿਹਾ ਹੈ, ਇਟ ਇਜ਼ ਰਾਈਜ਼ਿੰਗ ਅਪ, ਤਾਂ ਕੀ ਮੈਂ ਕਹਿ ਸਕਦਾ ਅਗੇਨ ਜੇ ਰਾਈਜ਼ ਅਪ ਕਰੂਗਾ ਤਾਂ ਕਿਆ ਉਰੇ ਵੀ ਕੰਡੈਂਸੇਸ਼ਨ ਹੋ ਸਕਦੀ ਹੈ ਜੋ ਇਹਦੇ ਵਿੱਚ ਮੋਇਸਚਰ ਹੈ? ਦ ਆਂਸਰ ਇਜ਼ ਯੈਸ, ਦਿਸ ਇਜ਼ ਫਰੰਟਲ ਰੇਨਫਾਲ। ਫਰੰਟ ਬਣ ਰਿਹਾ, ਇੱਕ ਕੋਲਡਰ 에ਅਰ ਮਾਸ ਹੋ ਰਿਹਾ ਤੇ ਵਾਰਮਰ 에ਅਰ ਮਾਸ ਹੋ ਰਿਹਾ ਹੈ, ਇਹਨਾਂ ਦੋਵਾਂ ਦੀ ਮੀਟਿੰਗ ਪੁਆਇੰਟ ਨੂੰ ਆਪਾਂ ਫਰੰਟ ਕਹਿ ਰਹੇ ਹਾਂ। ਸੋ ਫਰੰਟਲ ਰੇਨਫਾਲ ਇਜ਼ ਐਸੋਸੀਏਟਡ ਵਿਦ ਦ ਮੀਟਿੰਗ ਆਫ ਵਾਰਮ ਐਂਡ ਕੋਲਡ 에ਅਰ ਮਾਸ, ਦ ਆਂਸਰ ਇਜ਼ ਯੈਸ। The windward side of the mountain usually receives less rainfall than the leeward side. ਹੁਣ ਆਹ ਜਿਹੜੀ ਆਪਾਂ ਗੱਲ ਕੀਤੀ ਸੀਗੀ, this was windward side and this was leeward side। ਜਿੰਨਾ ਮੋਇਸਚਰ ਸੀਗਾ, ਜਿਵੇਂ ਹੀ ਹਵਾ ਉੱਤੇ ਜਾ ਰਹੀ ਸੀਗੀ, it started to condense over here, ਤਾਂ ਕੰਡੈਂਸੇਸ਼ਨ ਹੋਈ ਤਾਂ ਪ੍ਰੈਸਿਪਿਟੇਸ਼ਨ ਵੀ ਉਰੇ ਸ਼ੁਰੂ ਹੋ ਚੁੱਕੀ ਸੀ। The moment air crosses this side, ਰਾਈਟ, ਉਰੇ ਜਦੋਂ ਆਣਾ ਸ਼ੁਰੂ ਹੁੰਦੀ ਹੈ ਤਾਂ ਉਰੇ ਆਪਾਂ ਦੇਖਦੇ ਹਾਂ ਕਿ ਉਰੇ ਨਾ ਇਹ ਐਡੀਆਬੈਟਿਕਲੀ ਕੰਪਰੈਸ ਹੋ ਰਹੀ ਹੈ, ਐਡੀਆਬੈਟਿਕਲੀ ਕੰਪਰੈਸ ਹੋ ਰਹੀ ਹੈ, ਐਂਡ ਵੈਨ ਇਟ ਇਜ਼ ਕਮਿੰਗ ਡਾਊਨ ਇਟ ਇਜ਼ ਹੀਟਿੰਗ ਅਪ। ਯਾਦ ਹੈ ਆਪਾਂ ਲੋਕਲ ਵਿੰਡਸ ਦੀ ਗੱਲ ਕੀਤੀ ਸੀਗੀ, ਆਪਾਂ ਚਿਨੂਕ ਵਿੰਡਸ ਦੀ ਗੱਲ ਕੀਤੀ ਸੀ, ਆਪਾਂ ਉਹਨਾਂ ਨੂੰ ਸਨੋ ਈਟਰ ਕਿਹਾ ਸੀਗਾ। ਕਾਰਨ ਉਹਦਾ ਹੀ ਹੈ, the moment wind crosses and then moves on to the other side of the slope, it gets to heat up, ਕਿਉਂਕਿ ਥੱਲੇ ਆ ਰਹੀ ਹੈ, ਕੰਪਰੈਸ ਹੁੰਦੀ ਜਾ ਰਹੀ ਹੈ, ਜਿਹੜੇ 에ਅਰ ਪਾਰਟੀਕਲ ਸੀਗੇ ਉਹ ਨੇੜੇ ਨੇੜੇ ਆ ਰਹੇ, ਸਟ੍ਰਾਈਕਿੰਗ ਹਾਰਡ ਅਗੇਂਸਟ ਈਚ ਅਦਰ, ਉਹਨਾਂ ਦੀ ਕਾਈਨੈਟਿਕ એનર્ਜੀ ਵੱਧਦੀ ਜਾ ਰਹੀ ਹੈ, ਉਰੇ ਟੈਂਪਰੇਚਰ ਉਸ ਤਰੀਕੇ ਨਾਲ ਵੱਧ ਰਿਹਾ। ਠੀਕ ਹੈ, ਉਰੇ ਕੋਈ ਲੈਟਸ ਸੇ ਹੀਟ ਐਕਸਚੇਂਜ ਨਹੀਂ ਹੋ ਰਹੀ ਹੈਗੀ, ਬਟ ਉਰੇ ਜਿਹੜਾ ਕੇਸ ਆ ਰਿਹਾ ਆਪਾਂ ਦੇਖਣ ਨੂੰ ਮਿਲ ਰਿਹਾ ਐਡੀਆਬੈਟਿਕ ਐਕਸਪੈਂਸ਼ਨ ਦਾ ਔਨ ਦਿਸ ਸਾਈਡ ਐਂਡ ਐਡੀਆਬੈਟਿਕ ਕੰਪਰੈਸ਼ਨ ਦਾ ਔਨ ਦਿਸ ਸਾਈਡ। ਸੋ ਉਰੇ ਟੈਂਪਰੇਚਰ ਉਹਨਾਂ ਦਾ ਵੱਧਦਾ ਜਾ ਰਿਹਾ ਬਿਕੋਜ਼ ਆਫ देयर ਕੋਲੀਜਨ, ਰਾਈਟ, ਦੇ ਆਰ ਕੰਪਰੈਸਿੰਗ ਅਗੇਂਸਟ ਈਚ ਅਦਰ। ਸੋ ਉਰੇ ਤੁਸੀਂ ਦੇਖੋਗੇ, ਉਰੇ ਇੱਕ ਤਾਂ ਸਾਰਾ ਜਿਹੜਾ ਮੋਇਸਚਰ ਸੀਗਾ ਉਹ ਇਸ ਸਾਈਡ ਤੇ ਆ ਚੁੱਕਿਆ ਹੈ, ਇਸ ਸਾਈਡ ਤੇ ਕੰਡੈਂਸ ਹੋ ਚੁੱਕਿਆ, ਉਰੇ ਡਰਾਈ 에ਅਰ ਜਾ ਰਹੀ ਹੈ ਜੀ। ਦ ਵਿੰਡਵਰਡ ਸਾਈਡ ਆਫ ਮਾਊਂਟੇਨ ਯੂਜੂਅਲੀ ਰਿਸੀਵਸ ਲੈਸ ਰੇਨਫਾਲ, ਨੋ ਦਿਸ ਇਜ਼ ਇਨਕਰੈਕਟ। Windward side on the opposite hand receives more rainfall. So again, I believe we have only two answers in this case which are correct. Next, which of the following conditions are most favorable for the formation of radiation fog? All right, radiation, the word radiation मतलब radiate हो ਰਿਹਾ ਕਿੱਥੋਂ? अर्थ ਦੇ ਸਰਫੇਸ ਤੋਂ ਕੁਝ radiate ਹੋ ਰਿਹਾ। of course ਆਪਾਂ ਹੀਟ ਬਜਟ ਦੇ ਵਿੱਚ ਕੀਤਾ ਸੀਗਾ, ਰਾਈਟ, अर्थ radiate ਕਰਦੀ ਹੈ ਤਾਂ ਰੇਡੀਏਟ ਹੋ ਰਿਹਾ, ਟੈਂਪਰੇਚਰ ਕੁਝ ਇਸ ਤਰੀਕੇ ਨਾਲ ਘਟਦਾ ਜਾ ਰਿਹਾ ਰੇਡੀਏਸ਼ਨ ਦੇ ਥਰੂ। ਇਹ ਕੀ ਕਹਿ ਰਹੇ ਹੈ ਕਿ ਕਲੀਅਰ ਸਕਾਈਸ ਐਂਡ ਕਾਮ ਵਿੰਡਸ ਐਟ ਦ ਨਾਈਟ, ਦ ਆਂਸਰ ਇਜ਼ ਯੈਸ। ਜੇ ਅਰਥ ਨੇ ਲੈਟਸ ਸੇ ਹੀਟ ਗੇਨ ਕੀਤੀ ਹੈ ਇਨ ਦ ਫਾਰਮ ਆਫ ਸ਼ਾਰਟ ਵੇਵ ਰੇਡੀਏਸ਼ਨ, ਤੇ ਜੇ ਉਹ ਰੇਡੀਏਟ ਬੈਕ ਕਰ ਰਹੀ ਹੈ ਇਨ ਦ ਫਾਰਮ ਆਫ ਲੌਂਗ ਵੇਵ ਰੇਡੀਏਸ਼ਨ, ਜਿੰਨਾ ਜਲਦੀ ਇਹ ਲੌਂਗ ਵੇਵ ਰੇਡੀਏਸ਼ਨ ਦੀ ਫਾਰਮ ਵਿੱਚ ਇਹਨੂੰ ਰੇਡੀਏਟ ਕਰੂਗੀ ਬਾਹਰ, ਉਨਾ ਜਲਦੀ ਟੈਂਪਰੇਚਰ ਜਿਹੜਾ ਹੈਗਾ ਅਰਥ ਦਾ, ਉਨਾ ਜਲਦੀ ਟੈਂਪਰੇਚਰ ਅਰਥ ਦਾ ਕੂਲ ਡਾਊਨ ਹੋਊਗਾ, ਉਨਾ ਜਲਦੀ ਟੈਂਪਰੇਚਰ ਘਟੂਗਾ। ਸੋ ਜਿੰਨਾ ਜਲਦੀ ਟੈਂਪਰੇਚਰ ਘਟੂਗਾ ਉਨਾ ਜਲਦੀ ਤੁਸੀਂ ਦੇਖੋਗੇ ਕਿ ਜਿਹੜੇ ਉਰੇ ਲੈਟਸ ਸੇ ਮੋਇਸਚਰ ਸੀਗਾ, ਹਵਾ ਦੇ ਕੋਲ ਉਰੇ ਕੋਈ ਮੋਇਸਚਰ ਹੋ ਸਕਦਾ ਹੈ, ਰਾਈਟ, ਵੇਪਰ ਦੀ ਫਾਰਮ ਵਿੱਚ ਉਰੇ ਮੋਇਸਚਰ ਹੋਊਗਾ। ਅਰਲੀਅਰ ਕੀ ਸੀਗਾ, ਅਰਲੀਅਰ ਕੇਸ ਵਾਸ ਕਿ ਉਰੇ ਟੈਂਪਰੇਚਰ ਜ਼ਿਆਦਾ ਸੀਗਾ, ਦਿਨ ਦੀ ਗੱਲ ਕਰ ਰਹੇ ਹਾਂ ਆਫ ਕੋਰਸ ਆਪਾਂ, ਦਿਨ ਦੇ ਵਿੱਚ ਟੈਂਪਰੇਚਰ ਜ਼ਿਆਦਾ ਸੀਗਾ, ਸੂਰਜ ਦੀ ਉਰੇ ਟੈਂਪਰੇਚਰ, ਸੂਰਜ ਦੀ ਲੈਟਸ ਸੇ ਲਾਈਟ ਆ ਰਹੀ ਸੀਗੀ ਤੇ ਟੈਂਪਰੇਚਰ ਉਰੇ ਜ਼ਿਆਦਾ ਸੀਗਾ, ਤੇ ਜਿਹੜੇ ਪਾਰਟੀਕਲ ਸੀਗੇ ਉਹ ਦੂਰ ਸੀਗੇ। ਸੋ ਦੇ ਕੁਡ ਹੋਲਡ ਔਨ ਟੂ ਲੈਟਸ ਸੇ 3-4 ਐਕਸਟਰਾ ਮੋਲੀਕਿਊਲਸ ਆਫ ਵਾਟਰ। ਬਟ ਜਿਵੇਂ ਹੀ ਰਾਤ ਦੀ ਗੱਲ ਕੀਤੀ ਹੈ, ਰਾਤ ਦੇ ਵਿੱਚ ਕੀ ਹੋਣਾ ਸ਼ੁਰੂ ਹੋਣਾ, ਰੇਡੀਏਸ਼ਨ, ਲੌਂਗ ਵੇਵ ਰੇਡੀਏਸ਼ਨ ਬਾਹਰ ਜਾ ਰਹੀ ਹੈ। ਇਹਦਾ ਮਤਲਬ ਇਹ ਨਹੀਂ ਹੈ ਕਿ ਦਿਨ ਦੇ ਵਿੱਚ ਰੇਡੀਏਸ਼ਨ ਬਾਹਰ ਨਹੀਂ ਜਾ ਰਹੀ, ਦਿਨ ਦੇ ਵਿੱਚ ਵੀ ਲੌਂਗ ਵੇਵ ਰੇਡੀਏਸ਼ਨ ਦੀ ਫਾਰਮ ਵਿੱਚ ਅਰਥ ਰੇਡੀਏਟ ਕਰ ਰਹੀ ਹੈ, ਬਟ ਸਿੰਸ ਰਾਤ ਦੀ ਫਾਰਮ ਵਿੱਚ, ਰਾਤ ਜਦੋਂ ਆ ਰਹੀ ਹੈ ਤਾਂ ਸ਼ਾਰਟ ਵੇਵ ਰੇਡੀਏਸ਼ਨ ਸਰਫੇਸ ਤੇ ਨਹੀਂ ਆ ਰਹੀ, ਇੱਕ ਫੇਸ ਤੇ ਨਹੀਂ ਆ ਰਹੀ ਜਿੱਥੇ ਰਾਤ ਹੋ ਚੁੱਕੀ ਹੈ, ਪਰ ਲੌਂਗ ਵੇਵ ਦੀ ਫਾਰਮ ਵਿੱਚ ਤਾਂ ਹੀਟ ਬਾਹਰ ਜਾ ਹੀ ਰਹੀ ਹੈ। ਤਾਂ ਜਿੰਨਾ ਜਲਦੀ ਉਹ ਬਾਹਰ ਜਾਊਗੀ ਉਨਾ ਜਲਦੀ ਕੀ ਹੋਊਗਾ, ਟੈਂਪਰੇਚਰ ਜਿਹੜਾ ਉਰੇ ਹੈਗਾ ਉਹ ਘਟਣਾ ਸ਼ੁਰੂ ਹੋਊਗਾ। ਟੈਂਪਰੇਚਰ ਘਟਣਾ ਸ਼ੁਰੂ ਹੋ ਗਿਆ, ਕਾਈਨੈਟਿਕ એનર્ਜੀ ਜਿਹੜੀ ਸੀਗੀ ਉਹ ਘਟਦੀ ਜਾ ਰਹੀ ਹੈ ਉਹਨਾਂ ਦੀ, ਤੇ ਉਹ ਘਟਦੀ ਜਾ ਰਹੀ ਹੈ ਤਾਂ ਕੀ ਹੋਊਗਾ, ਤੁਸੀਂ ਦੇਖੋਗੇ ਜਿਹੜੇ ਪਾਰਟੀਕਲਸ ਹੈ ਉਹ ਨੇੜੇ ਨੇੜੇ ਆਉਣਾ ਸ਼ੁਰੂ ਹੋ ਜਾਣਗੇ। ਨੇੜੇ ਨੇੜੇ ਆਉਣਾ ਸ਼ੁਰੂ ਹੋ ਗਏ ਤਾਂ ਮਤਲਬ ਕੀ ਹੈ ਕਿ ਜੋ ਐਕਸਟਰਾ ਮੋਇਸਚਰ ਉਹਨਾਂ ਕੋਲ ਸੀਗਾ, ਯਾਨੀ ਕਿ ਐਕਸਟਰਾ ਜੋ ਇਹ ਮੋਲੀਕਿਊਲਸ ਉਹਨਾਂ ਕੋਲ ਸੀਗਾ, ਜੋ ਉਹਨਾਂ ਨੇ ਪਹਿਲਾਂ ਹੋਲਡ ਕੀਤਾ ਹੋਇਆ ਸੀਗਾ, ਉਹ ਕੀ ਹੋਊਗਾ, ਉਹਦਾ ਕੰਡੈਂਸੇਸ਼ਨ ਹੋਣੀ ਸ਼ੁਰੂ ਹੋਊਗੀ। ਕੰਡੈਂਸੇਸ਼ਨ ਮਤਲਬ ਕੀ ਹੋਗੀ ਕਿ ਉਹ ਹੁਣ ਮੋਇਸਚਰ ਫਾਰਮ, ਲਿਕੁਇਡ ਫਾਰਮ ਦੇ ਵਿੱਚ ਆਉਣਾ ਸ਼ੁਰੂ ਹੋ ਗਿਆ, ਤੇ ਉਹ ਹੁਣ ਫੌਗ ਦੀ ਫਾਰਮ ਲੈ ਸਕਦਾ ਹੈ, ਰਾਈਟ, ਜਿਹਨੂੰ ਆਪਾਂ ਧੁੰਦ ਦੀ ਫਾਰਮ ਵਿੱਚ ਦੇਖਦੇ ਹਾਂ, ਸਰਦੀਆਂ ਦੇ ਕੇਸ ਵਿੱਚ ਆਪਾਂ ਦੇਖਦੇ ਹਾਂ।
ਤਾਂ ਉਹਦੇ ਵਾਸਤੇ ਤੁਸੀਂ ਦੇਖੋ ਕਲੀਅਰ ਸਕਾਈਸ ਐਂਡ ਕਾਮ ਵਿੰਡਸ ਐਟ ਦ ਨਾਈਟ। ਜੇ ਤੁਸੀਂ ਦੇਖਦੇ ਹੋ ਕਿ ਸਰਦੀਆਂ ਦਾ ਮੌਸਮ ਹੈ ਤੇ ਤੁਸੀਂ ਦੇਖਦੇ ਹੋ ਕਿ ਰਾਤ ਨੂੰ ਲੈਟਸ ਸੇ ਬਹੁਤ ਸਾਰੇ ਕਲਾਊਡਸ ਹੈ, ਤਾਂ ਤੁਸੀਂ ਦੇਖੋਗੇ ਉਸ ਦਿਨ ਰਾਤ ਨੂੰ ਜਾਂ ਅਗਲੇ ਦਿਨ ਸਵੇਰੇ ਤੁਹਾਨੂੰ ਧੁੰਦ ਦੇਖਣ ਨੂੰ ਨਹੀਂ ਮਿਲੂਗੀ। ਐਜ਼ ਆਪੋਜ਼ਿਟ ਕਿ ਕੋਈ ਬਿਲਕੁਲ ਕਲੀਅਰ ਸਕਾਈਸ ਦਿਖੇ ਤੁਹਾਨੂੰ ਤੇ ਬਿਲਕੁਲ ਕਾਮ ਵਿੰਡ ਸੀ, ਕਿ ਕੋਈ ਵੀ ਤੇਜ਼ ਹਵਾ ਨਹੀਂ ਚੱਲ ਰਹੀ ਸੀ, ਕਿ ਤੁਸੀਂ ਦੇਖੋਗੇ ਅਗਲੇ ਦਿਨ ਬਹੁਤ ਜ਼ਿਆਦਾ ਫੌਗ ਦਿਖੂਗੀ ਤੁਹਾਨੂੰ। So this is the case. Clear skies and calm winds at night. Yes, it is necessary precondition for radiation fog formation. A warm moisture laden air mass overlying a cold surface. No, this is incorrect. ਇਹ ਜਿਹੜਾ ਕੇਸ ਬਣਦਾ ਹੈ ਇਹ ਐਡਵੈਕਸ਼ਨ ਫੌਗ ਦਾ ਬਣਦਾ ਹੈ। ਐਡਵੈਕਸ਼ਨ ਫੌਗ ਯਾਨੀ ਕਿ ਕੋਲਡ ਸਰਫੇਸ ਹੈ, ਉਹਦੇ ਉੱਤੋਂ ਇੱਕ ਵਾਰਮ ਮੋਇਸਟ 에ਅਰ ਦਾ ਇੱਕ 에ਅਰ ਮਾਸ ਪਾਸ ਕਰ ਰਿਹਾ ਸੀਗਾ। ਜਿਵੇਂ ਉਹ ਪਾਸ ਕਰ ਰਿਹਾ ਸੀਗਾ ਤਾਂ ਮੋਮੈਂਟ ਦਿਸ 에ਅਰ ਮਾਸ ਕੇਮ ਇਨ ਕੰਟੈਕਟ ਵਿਦ ਦਿਸ ਕੋਲਡ ਸਰਫੇਸ, ਤਾਂ ਇਹਦੇ ਵਿੱਚ ਜਿਹੜੇ ਮੋਲੀਕਿਊਲ ਸੀਗੇ ਉਹਨਾਂ ਦੀ ਕੰਡੈਂਸੇਸ਼ਨ ਹੋਣਾ ਸ਼ੁਰੂ ਹੋ ਗਈ, ਤਾਂ ਉਰੇ ਇੱਕ ਤੁਹਾਨੂੰ ਐਡਵੈਕਸ਼ਨ ਫੌਗ ਦਾ ਇੱਕ ਕੇਸ ਦੇਖਣ ਨੂੰ ਮਿਲੂਗਾ, ਬਟ ਨਾਟ ਦ ਕੇਸ ਆਫ ਰੇਡੀਏਸ਼ਨ ਫੌਗ। The third case, the strong surface winds and heavy cloud cover. Again, it's opposite to the first statement which we read just right now. So this is correct, incorrect, sorry. The fourth statement occurs primarily over large bodies of water during the daytime. No, it cannot be possible during the daytime. क्यों daytime ਦੇ ਵਿੱਚ ਤਾਂ ਸੂਰਜ ਦੀਆਂ ਕਿਰਨਾਂ ਆ ਰਹੀ ਹੈ ਸ਼ਾਰਟ ਵੇਵ ਰੇਡੀਏਸ਼ਨ ਦੀ ਫਾਰਮ ਵਿੱਚ, ਰਾਈਟ। ਤਾਂ ਫੌਗ ਫਾਰਮੇਸ਼ਨ ਜਿਹੜੀ ਸ਼ੁਰੂ ਹੁੰਦੀ ਹੈ ਉਹ ਤੁਸੀਂ ਦੇਖੋਗੇ ਸ਼ਾਮ ਵੇਲੇ ਸ਼ੁਰੂ ਹੁੰਦੀ ਹੈ, ਰਾਤ ਨੂੰ ਸ਼ੁਰੂ ਹੁੰਦੀ ਹੈ ਤੇ ਉਹ ਸਟੇ ਕਰ ਦਿੰਦੀ ਹੈ ਦਿਨ ਦੇ ਟਾਈਮ ਤੱਕ। ਬਟ ਜਿਵੇਂ ਹੀ ਲੈਟਸ ਸੇ ਸੂਰਜ ਆਣਾ ਸ਼ੁਰੂ ਹੁੰਦਾ, ਆਪਾਂ ਦੇਖਦੇ ਹਾਂ ਸਰਦੀਆਂ ਦੇ ਵਿੱਚ ਵੀ ਫੌਗ ਸਟਾਰਟਸ ਟੂ ਡਿਸਅਪੀਅਰ। ਸੋ ਦਿਸ ਸਟੇਟਮੈਂਟ ਇਜ਼ ਆਲਸੋ ਇਨਕਰੈਕਟ। So in this case, I believe we have only one as the right answer. Next, regarding valley inversion. Valley inversion, mountain valleys ਦੀ ਗੱਲ ਹੋ ਰਹੀ ਹੈ ਜੀ। Mountain valleys ਦੇ ਵਿੱਚ ਟੈਂਪਰੇਚਰ ਜਿਵੇਂ ਲੈਟਸ ਸੇ ਵੇਰੀ ਕਰਦਾ, ਆਪਾਂ ਗੱਲ ਕੀਤੀ ਸੀ ਕਿ ਟੈਂਪਰੇਚਰ ਦਾ ਨਾਰਮਲ ਕੇਸ ਕੀ ਹੈ, ਟ੍ਰੋਪੋਸਫੇਅਰ ਦੇ ਵਿੱਚ ਵੇਰੀ ਕਰਨ ਦਾ ਤਰੀਕਾ ਕੀ ਹੈ। ਆਪਾਂ ਕਿਹਾ ਸੀਗਾ ਕਿ ਟੈਂਪਰੇਚਰ ਕੁਝ ਨਾ ਜਦੋਂ ਆਪਾਂ ਲੈਟਸ ਸੇ ਹਾਈਟ ਵਧਾਉਂਦੇ ਜਾਂਦੇ, ਆਲਟੀਟਿਊਡ ਵੱਧਦਾ ਜਾ ਰਿਹਾ, ਤਾਂ ਟੈਂਪਰੇਚਰ ਕੀ ਹੁੰਦਾ ਹੈ, ਟੈਂਪਰੇਚਰ ਸਟਾਰਟ ਟੂ ਡਿਕਰੀਜ਼। ਜੇ ਕੋਈ ਐਸਾ ਕੇਸ ਬਣ ਗਿਆ ਕਿ ਟੈਂਪਰੇਚਰ ਨੇ ਘੱਟ ਹੋਣ ਦੀ ਬਜਾਏ ਵਧਣਾ ਸ਼ੁਰੂ ਹੋ ਜਾਏ, ਤਾਂ ਆਪਾਂ ਉਹਨੂੰ ਕੇਸ ਨੂੰ ਲੈ ਕੇ ਚੱਲਦੇ ਹਾਂ, ਦਿਸ ਇਜ਼ ਕੇਸ ਆਫ ਟੈਂਪਰੇਚਰ ਇਨਵਰਜਨ। ਹੁਣ ਇੱਕ ਇਹੋ ਜਿਹਾ ਫਿਨੋਮੀਨਾ ਮਾਊਂਟੇਨ ਵੈਲੀਜ਼ ਦੇ ਵਿੱਚ ਦੇਖਣ ਨੂੰ ਮਿਲਦਾ, ਤਾਂ ਕਰਕੇ ਆਪਾਂ ਨੂੰ ਕਹਿੰਦੇ ਆ ਵੈਲੀ ਇਨਵਰਜਨ। ਸੋ ਆਪਾਂ ਦੇਖ ਲੈਂਦੇ ਕਿ ਮਾਊਂਟੇਨ ਵੈਲੀਜ਼ ਦੇ ਵਿੱਚ ਐਸੇ ਕੀ ਖਾਸੀਅਤ ਹੁੰਦੀ ਹੈ। This is one mountain slope and this is the other mountain slope, and between those two is a sandwiched region ਜਿਹਨੂੰ ਆਪਾਂ ਕਹਿੰਦੇ ਵੈਲੀ, ਜਿਵੇਂ ਮਨਾਲੀਜ਼ ਵੈਲੀ, ਰਾਈਟ। ਸੋ ਦੋ ਮਾਊਂਟੇਨ ਰੇਂਜਸ ਦੇ ਵਿੱਚ ਵਿਚਾਲੇ ਇੱਕ ਰਿਵਰ ਫਲੋ ਕਰ ਰਹੀ, ਜਿਹਦਾ ਨਾਮ ਹੈ ਰਿਵਰ ਬਿਆਸ। ਉਸ ਦੇ ਕਿਨਾਰੇ ਤੇ ਇੱਕ ਮਨਾਲੀ ਸ਼ਹਿਰ ਵਸਿਆ ਹੋਇਆ ਹੈ, ਮਨਾਲੀ ਜੋ ਵੈਲੀ। ਸੋ ਇਟ ਅਕਰਸ ਜਾਂ ਵੈਲੀ ਇਨਵਰਜਨ ਦੀ ਗੱਲ ਕਰਦੇ ਹਾਂ ਆਪਾਂ, ਇਟ ਅਕਰਸ ਵੈਨ ਕੋਲਡ ਡੈਂਸ 에ਅਰ ਫਰੋਮ ਦ ਮਾਊਂਟੇਨ ਸਲੋਪ ਸਿੰਕਸ ਐਂਡ ਸੈਟਲ ਇਨ ਦ ਵੈਲੀ ਫਲੋਰ ਐਟ ਨਾਈਟ। ਨਾ ਹੁੰਦਾ ਦੇਖੋ ਜ਼ਰਾ, ਇਹ ਮਾਊਂਟੇਨ ਸਲੋਪਸ ਦਾ area again on this side also, it's like this is one surface of one slope and this is the other surface of the other slope। ਇਹਨਾਂ ਦੇ ਵਿੱਚ ਇਹ ਕੁਝ ਇੰਨਾ ਕੁ ਏਰੀਆ ਹੈ ਜੋ ਹੈ ਵੈਲੀ ਦਾ। ਹੁਣ ਤੁਸੀਂ ਮੈਨੂੰ ਆਪ ਕਾਮਨ ਸੈਂਸ ਯੂਜ਼ ਕਰਕੇ ਦੱਸੋ ਕਿ ਜਿਵੇਂ ਹੀ ਰਾਤ ਹੋਣੀ ਸ਼ੁਰੂ ਹੋਗੀ, ਜ਼ਿਆਦਾ ਰੇਡੀਏਸ਼ਨ ਬਾਹਰ ਕਿਸ ਸਾਈਡ ਤੋਂ ਜਾਊਗੀ। ਅਗੇਨ ਦੀ ਆਪਸ਼ਨ 1 ਇਜ਼ ਕਿ ਦੋਨਾਂ ਸਲੋਪਸ ਤੋਂ ਜਾਂ ਵਰਸਸ ਵੈਲੀ ਚੋਂ। ਤੁਸੀਂ ਕਹੋਗੇ ਕਿ ਸਰ ਕਿਉਂਕਿ ਸਰਫੇਸ ਏਰੀਆ ਜ਼ਿਆਦਾ ਐਕਸਪੋਜ਼ਡ ਇਹਨਾਂ ਦਾ ਸਰਫੇਸ ਏਰੀਆ ਜ਼ਿਆਦਾ ਐਕਸਪੋਜ਼ਡ ਹੈ ਇਸਦਾ ਤੇ ਇਸਦਾ, ਤਾਂ ਕਰਕੇ ਰੇਡੀਏਸ਼ਨ ਵੀ ਸਭ ਤੋਂ ਜ਼ਿਆਦਾ ਇੱਥੋਂ ਹੀ ਬਾਹਰ ਜਾਣੀ ਸ਼ੁਰੂ ਹੋਊਗੀ ਵਰਸਸ ਵੈਲੀ, ਕਿਉਂਕਿ ਵੈਲੀ ਦਾ ਸਰਫੇਸ ਏਰੀਆ ਉਹਨਾਂ ਜ਼ਿਆਦਾ ਐਕਸਪੋਜ਼ ਹੈ ਹੀ ਨਹੀਂ। ਹਾਂ, ਵੈਲੀ ਚੋਂ ਵੀ ਲੌਂਗ ਵੇਵ ਰੇਡੀਏਸ਼ਨ ਬਾਹਰ ਜਾ ਰਹੀ ਹੈ, ਬਟ ਤੁਸੀਂ ਦੇਖੋ ਕਿ ਜ਼ਿਆਦਾ ਕਿੱਥੋਂ ਜਾ ਰਹੀ ਹੈ, ਜ਼ਿਆਦਾ ਤੁਸੀਂ ਕਹੋਗੇ ਸਰ ਦੋਨਾਂ ਸਲੋਪਸ ਤੋਂ ਜਾ ਰਹੀ ਹੈ। ਆਲਰਾਈਟ, ਜੇ ਦੋਨੋਂ ਸਲੋਪਸ ਤੋਂ ਜ਼ਿਆਦਾ ਰੇਡੀਏਸ਼ਨ ਬਾਹਰ ਜਾ ਰਹੀ ਹੈ ਤਾਂ ਉਹਦੇ ਕਰਕੇ ਕੀ ਹੋਣਾ ਹੈ ਜੀ, स्लोप्स दे अराउंड फटाफट क्या होगा, फटाफट जेडी एयर मास है उरे इट विल गेट कूल्ड डाउन फास्टर हो जाएगा प्रोसेस डी वर्सेस फ्रॉम द वेल। जे ये कोल्ड हो चुकी है, इफ दे आर कूल्ड डाउन इनफ, विल दे हैव द टेंडेंसी टू मूव लाइक दिस, क्योंकि भारी हो चुकी है, डेंसिटी दी बढ़ चुकी है, राइट। डेंसिटी बढ़ चुकी है, तब will it have this tendency of moving this way? The answer is yes। ਤਾਂ ਜੇ ਇਹ ਇਸ ਡਾਇਰੈਕਸ਼ਨ ਤੇ ਮੂਵ ਕਰ ਰਹੀ ਹੈ, ਤਾਂ ਇਹ ਕੀ ਕਰੂਗੀ, ਜਿਹੜੀ ਰਿਲੇਟਿਵਲੀ ਵਾਰਮ 에ਅਰ ਉਰੇ ਹੈਗੀ ਹੈ ਵੈਲੀ ਦੇ ਵਿੱਚ, ਜਿਹੜੀ ਰਿਲੇਟਿਵਲੀ ਵਾਰਮ 에ਅਰ ਹੈ ਉਹਨੂੰ ਕੀ ਕਰੂਗੀ, ਅਪਲਿਫਟ ਕਰੂਗੀ। ਯਾਨੀ ਕਿ ਕੁਝ ਇਸ ਤਰੀਕੇ ਨਾਲ this cold wind over here starts to move down, it is gushing down
and it is uplifting relatively warm air, relatively warm air. ਸੋ ਉਰੇ ਵੈਲੀ ਦੇ ਵਿੱਚ ਤੁਸੀਂ ਰਾਤ ਨੂੰ ਦੇਖੋਗੇ ਕਿ ਟੈਂਪਰੇਚਰ ਦੋਸਤੋ ਬਹੁਤ ਜ਼ਿਆਦਾ ਘਟ ਚੁੱਕਿਆ, ਟੈਂਪਰੇਚਰ ਘਟ ਚੁੱਕਿਆ ਵਰਸਸ ਥੋੜਾ ਤੁਸੀਂ ਉੱਤੇ ਜਾਓਗੇ ਵੈਲੀ ਤੋਂ ਤਾਂ ਉਰੇ ਨਾ ਰਿਲੇਟਿਵਲੀ ਵਾਰਮ 에ਅਰ ਮਿਲੂਗੀ, ਰਿਲੇਟਿਵਲੀ ਵਾਰਮ 에ਅਰ ਮਿਲੂਗੀ। ਅਗੇਨ ਕੇਸ ਕਿਸ ਦਾ ਬਣ ਗਿਆ, ਟੈਂਪਰੇਚਰ ਇਨਵਰਜਨ ਦਾ। ਤਾਂ ਵੈਲੀਜ਼ ਦੇ ਵਿੱਚ ਤੁਸੀਂ ਦੇਖੋਗੇ ਕਿ ਰਾਤ ਨੂੰ ਇੱਕ ਐਸਾ ਫਿਨੋਮੀਨਾ ਦੇਖਣ ਨੂੰ ਮਿਲਦਾ ਜਿਹਦੇ ਕਰਕੇ ਵੈਲੀ ਦਾ ਟੈਂਪਰੇਚਰ ਜਿਹੜਾ ਹੁੰਦਾ, ਹਾਲਾਂਕਿ ਵੈਲੀ ਥੱਲੇ ਹੈ ਐਸ ਕੰਪੇਅਰ ਟੂ ਮਾਊਂਟੇਨ ਸਲੋਪਸ, ਪਰ ਵੈਲੀਜ਼ ਦਾ ਟੈਂਪਰੇਚਰ ਬਹੁਤ ਜ਼ਿਆਦਾ ਘੱਟ ਹੋ ਜਾਂਦਾ ਹੈ ਵਰਸਸ ਮਾਊਂਟੇਨ ਸਲੋਪਸ। ਸੋ ਇਟ ਅਕਰਸ ਵੈਨ ਕੋਲਡ ਡੈਂਸ air from the mountain slopes slinks and settles down in the valley at the night? The answer is yes. This phenomena often, again मैं पढ़ ही नहीं पा रहा क्योंकि मैंने कलाकारी करती उसके ऊपर, so often occurs due to the often, let me try erasing this. All right, let's assume कि लिखा हुआ है, this phenomena often something to frost free conditions in the valley bottoms making them ideal for agriculture। एक ही कह रहा है ਕਿ ਇਸ ਫਿਨੋਮੀਨਾ ਕਰਕੇ ਨਾ ਜਿਹੜੀ ਤੁਹਾਡੀ ਵੈਲੀ ਬਾਟਮਸ ਹੈ ਰਾਈਟ, ਉੱਥੇ ਨਾ ਫਰੋਸਟ ਫ੍ਰੀ ਕੰਡੀਸ਼ਨ ਹੋ ਜਾਂਦੀ। ਫਰੋਸਟ ਮਤਲਬ ਉੱਥੇ ਕੋਰਾ ਨਹੀਂ ਹੁੰਦਾ। ਕੋਰਾ ਕਦੋਂ ਪੈਂਦਾ, ਆਪਾਂ ਯਾਨੀ ਸਰਦੀਆਂ ਦੀ ਗੱਲ ਕੀਤੀ ਹੈ, ਟੈਂਪਰੇਚਰ ਬਹੁਤ ਜ਼ਿਆਦਾ ਘਟ ਚੁੱਕਿਆ, ਠੀਕ ਹੈ, ਉੱਥੇ ਕੋਰਾ ਪੈ ਰਿਹਾ। ਇਹ ਕੀ ਕਹਿ ਰਿਹਾ ਕਿ ਜਿਹੜੀ ਤੁਹਾਡੀ ਲੈਟਸ ਸੇ ਇਹ ਵੈਲੀ ਬਾਟਮ ਹੈ, ਉਹਦੇ ਟੈਂਪਰੇਚਰ ਇੰਨਾ ਜ਼ਿਆਦਾ ਘਟ ਚੁੱਕਿਆ ਹੈ ਕਿ ਯਾਰ ਅਗੇਨ ਸਟੇਟਮੈਂਟ 2 ਹੈ, ਆਫ ਕੋਰਸ ਇਟ ਇਜ਼ ਇਨਕਰੈਕਟ। what they're trying to say is ਕਿ ਉਰੇ ਵੈਲੀ ਬਾਟਮ ਦੇ ਵਿੱਚ ਨਾ ਫਰੋਸਟ ਫ੍ਰੀ ਕੰਡੀਸ਼ਨਸ ਮਿਲ ਰਹੀਆਂ। the answer is no। ਕਿਉਂ? ਕਿਉਂਕਿ ਉਰੇ ਦਾ ਟੈਂਪਰੇਚਰ ਇੰਨਾ ਜ਼ਿਆਦਾ ਘਟ ਚੁੱਕਿਆ ਹੈ ਕਿ ਉਰੇ ਤਾਂ ਫਰੋਸਟ ਫਾਰਮੇਸ਼ਨ ਹੋਊਗੀ ਹੀ ਹੋਊਗੀ। ਕਿੱਥੇ ਨਹੀਂ ਹੈ ਘਟ, ਕਿੱਥੇ ਥੋੜਾ ਜ਼ਿਆਦਾ ਟੈਂਪਰੇਚਰ ਹੈ। the moment you start, the moment you scale upwards, ਵੈਲੀ ਤੋਂ ਥੋੜਾ ਉੱਪਰ ਜਾਣ ਦੀ ਕੋਸ਼ਿਸ਼ ਕਰੋਗੇ ਤਾਂ ਮਾਊਂਟੇਨ ਸਲੋਪਸ ਤੇ ਉਰੇ ਕੁਝ ਉਰੇ ਤੁਹਾਨੂੰ ਰੀਜਨਸ ਦਿਖ ਜਾਣਗੇ ਜਿੱਥੇ ਤੁਹਾਨੂੰ ਫਰੋਸਟ ਫ੍ਰੀ ਕੰਡੀਸ਼ਨ ਦਿਖ ਸਕਦੀਆਂ। ਤੇ ਜਿਹੜਾ ਐਗਰੀਕਲਚਰ ਵਾਸਤੇ ਬੈਨੀਫੀਸ਼ੀਅਲ ਹੈ ਉਹ ਆਹੀ ਰੀਜਨ ਹੈ, ਇਹ ਰੀਜਨ ਜਿਹੜਾ ਹੈ। ਤਾਂ ਹੀ ਐਟ ਟਾਈਮਸ ਵੈਨ ਆਈ ਵਿਜ਼ਿਟ ਮਾਈ ਫਰੈਂਡ ਇਨ ਮਨਾਲੀ ਆਈ ਆਸਕ ਹਿਮ ਕਿ ਯਾਰ ਇਹ ਲੋਕ ਮਾਊਂਟੇਨ ਸਲੋਪਸ ਤੇ ਕਿਉਂ ਰਹਿ ਰਹੇ ਇੰਨਾ ਜ਼ਿਆਦਾ, ਜਦਕਿ ਲੌਜਿਸਟਿਕਲੀ ਬਹੁਤ ਜ਼ਿਆਦਾ ਮੁਸ਼ਕਿਲ ਹੈ। ਤਾਂ ਦੈਨ ਹੀ ਸੇਜ਼ ਕਿ ਐਗਰੀਕਲਚਰ ਸਿਰਫ ਉੱਥੇ ਹੀ ਪ੍ਰੈਕਟਿਸ ਹੋ ਸਕਦਾ। ਸੇਬ ਦੀ ਖੇਤੀ ਜਿਹੜੀ ਹੁੰਦੀ ਹੈ ਉਹ ਉੱਥੇ ਹੋ ਸਕਦੀ ਹੈ, ਵੈਲੀ ਦੇ ਵਿੱਚ ਉਹ ਸੇਬ ਦੀ ਖੇਤੀ ਨਹੀਂ ਹੁੰਦੀ ਹੈ। ਐਂਡ ਇਹ ਬਾਅਦ ਚ ਮੈਨੂੰ ਪਤਾ ਲੱਗਿਆ ਕਿ ਰੀਜ਼ਨ ਇਹਦਾ ਇਹ ਸੀਗਾ। So the third statement, the valley inversion are primarily caused by the horizontal movement of large air mass similar to the frontal. No, this is absolutely incorrect. Again, the correct answer in this case is one only. Let's move on to the next question. All right, for the formation of dew and frost, consider the following statements. Dew मतलब ओस। ਜਦੋਂ ਮੈਂ ਕਲਾਸਿਸ ਲੈਂਦਾ ਹੁੰਦਾ ਸੀ ਪੁੱਛਦਾ ਸੀਗਾ ਕਿ ਯਾਰ ਉਸ ਬਾਰੇ ਕਿਸੇ ਨੇ ਸੁਣਿਆ, ਕੁਝ ਬੱਚੇ ਕਹਿੰਦੇ ਸੀ ਪਤਾ ਨਹੀਂ ਕੀ ਬੋਲ ਰਿਹਾ। ਫਿਰ ਕੋਈ ਪਿੱਛੋਂ ਬੋਲਿਆ ਕਿ ਸਰ ਤਰੇਲ, ਮੈਂ ਕਿਹਾ ਹਾਂਜੀ ਹਾਂਜੀ ਉਹ ਤਰੇਲ। ਸੋ ਡਿਊ ਦੀ ਆਪਾਂ ਗੱਲ ਕਰਦੇ ਹਾਂ ਪੁਆਧ ਵਾਲੀ ਸਾਈਡ ਤੇ ਆਪਾਂ ਕਹਿੰਦੇ ਹਾਂ ਓਸ ਰਾਈਟ, ਤਾਂ ਆਪਾਂ ਥੋੜਾ ਮਾਝੇ ਵਾਲੀ ਸਾਈਡ ਚਲੀ ਜਾਈਏ ਤਾਂ ਉੱਥੇ ਲੋਕ ਕਹਿੰਦੇ ਨੇ ਤਰੇਲ। ਸੋ ਤਰੇਲ ਦੀ ਗੱਲ ਹੋ ਰਹੀ ਹੈ ਵਰਸਸ ਫਰੋਸਟ। ਫਰੋਸਟ ਮਤਲਬ ਕੋਰਾ। ਤੁਸੀਂ ਕਦੇ ਦੇਖਿਆ ਹੋਣਾ ਸਰਦੀਆਂ ਹੁਣ ਆ ਹੀ ਜਾਣੀਆਂ ਸਰਦੀਆਂ, ਤੇ ਸਰਦੀਆਂ ਵਿੱਚ ਤੁਸੀਂ ਦੇਖੋਗੇ ਕਿਤੇ ਕਿਤੇ ਆਫਕੋਰਸ ਇਹ ਜ਼ਿਆਦਾ ਫਿਨੋਮੀਨਾ ਵਿਜ਼ੀਬਲ ਹੁੰਦਾ ਜਦੋਂ ਆਪਾਂ ਪਿੰਡ ਵਾਲੇ ਪਾਸੇ ਵਿਜ਼ਿਟ ਕਰਦੇ ਹਾਂ, ਤਾਂ ਉੱਥੇ ਨਾ ਕਈ ਸਰਫੇਸ ਤੇ ਆਪਾਂ ਤੁਹਾਨੂੰ ਐ ਲੱਗੂਗਾ ਕਿ ਵਾਈਟ ਚਾਦਰ ਆਈ ਪਈ ਹੈ ਕਿਸੇ ਚੀਜ਼ ਦੀ, ਪਾਊਡਰੀ ਸਬਸਟੈਂਸ ਹੋਇਆ ਪਿਆ। ਪਾਊਡਰੀ ਸਬਸਟੈਂਸ ਇੱਕ ਵਾਈਟ ਚਾਦਰ ਆ ਚੁੱਕੀ ਹੈ, ਉਹ ਹੁੰਦੀ ਹੈ ਫਰੋਸਟ, ਜਿਹਨੂੰ ਆਪਾਂ ਕਹਿੰਦੇ ਕੋਰਾ। ਉਹ ਆਈਸ ਲਾਈਕ ਦਿਖਦਾ ਆਪਾਂ ਨੂੰ, ਐ ਲੱਗਦਾ ਕਿ ਕਿਸੇ ਨੇ ਨਾ ਸਨੋ ਸਪ੍ਰਿੰਕਲ ਕਰਤੀ, ਆਈਸ ਸਪ੍ਰਿੰਕਲ ਕਰਤੀ ਐ ਕਰਕੇ। ਉਹ ਫਰੋਸਟ ਫਾਰਮੇਸ਼ਨ ਉਦੋਂ ਹੀ ਹੁੰਦੀ ਹੈ। ਸੋ ਇਹਦੇ ਵਿੱਚ ਆਪਾਂ ਡਿਫਰੈਂਸ ਦੇਖ ਲੈਂਦੇ ਹਾਂ ਕਿ ਡਿਊ ਫਾਰਮੇਸ਼ਨ ਵਰਸਸ ਫਰੋਸਟ ਫਾਰਮੇਸ਼ਨ। ਹੁਣ ਅਕਤੂਬਰ ਆ ਚੁੱਕਿਆ ਜੀ, ਅਕਤੂਬਰ ਦੇ ਵਿੱਚ ਦੇਖੋਗੇ ਰਾਤ ਨੂੰ ਜੇ ਕੋਈ ਕ੍ਰਿਕਟ ਮੈਚ ਵੀ ਹੋ ਰਿਹਾ ਹੁੰਦਾ ਤਾਂ ਇੰਡੀਆ ਦੇ ਵਿੱਚ ਕਿਹਾ ਜਾਂਦਾ ਕਿ ਦ ਬੈਟਿੰਗ ਟੀਮ ਜਿਹੜੀ ਹੈਗੀ ਹੈ, ਜੇ ਸੈਕਿੰਡ ਬੈਟਿੰਗ ਜਿਹੜੀ ਕਰ ਰਹੀ ਹੈ ਉਹਨਾਂ ਵਾਸਤੇ ਐਡਵਾਂਟੇਜ ਹੋ ਜਾਂਦਾ ਕਿ ਜਿਹੜੀ ਬਾਲ ਕਰ ਰਹੇ ਨੇ, ਬਾਲਿੰਗ ਕਰ ਰਹੇ ਉਹਨਾਂ ਵਾਸਤੇ ਬਾਲ ਗ੍ਰਿਪ ਕਰਨਾ ਔਖਾ ਹੋ ਜਾਂਦਾ। ਇਨਫੈਕਟ ਇੰਡੀਆ ਪਾਕਿਸਤਾਨ ਦਾ ਜਿਹੜਾ ਹੁਣ ਫਾਈਨਲ ਚੱਲ ਰਿਹਾ ਸੀਗਾ ਉਹਦੇ ਵਿੱਚ ਵੀ ਸੈਕਿੰਡ ਇਨਿੰਗਸ ਦੇ ਵਿੱਚ ਪਾਕਿਸਤਾਨੀ ਬਾਲਰਸ ਜਿਹੜੇ ਸੀਗੇ ਉਹ ਬਾਲ ਨੂੰ ਗ੍ਰਿਪ ਨਹੀਂ ਕਰ ਪਾ ਰਹੇ ਸੀ। ਕਿਉਂ? ਕਿਉਂਕਿ ਬਾਲ ਸਲਿਪਰੀ ਹੋ ਚੁੱਕੀ ਸੀ ਬਿਕੋਜ਼ ਆਫ ਡਿਊ ਫਾਰਮੇਸ਼ਨ। ਉਸ ਪੈਣੀ ਸ਼ਰਾਤ ਨੂੰ ਸ਼ੁਰੂ ਹੋ ਜਾਂਦੀ ਹੈ। ਸੋ ਉਸੇ ਤੇ ਆਪਾਂ ਗੱਲ ਕਰਦੇ ਹਾਂ ਕਿ ਉਸ ਕਦੋਂ ਪੈਂਦੀ ਹੈ। ਇਨਫੈਕਟ ਨਾ ਉਸ ਦੇ ਵਿੱਚ, ਤਰੇਲ ਦੇ ਵਿੱਚ ਜਾਂ ਫਿਰ ਕੋਰੇ ਦੇ ਵਿੱਚ ਕੀ ਫਰਕ ਹੈ ਡਿਊ ਵਰਸਸ ਫਰੋਸਟ। So for liquid dew to form on a surface, it is necessary that dew point temperature is above the freezing point। ਇਹ ਕੀ ਕਹਿ ਰਹੇ ਹੈ ਕਿ ਲਿਕੁਇਡ ਡਿਊ, ਕਿਉਂਕਿ ਡਿਊ ਜਿਹੜੀ ਹੈਗੀ ਹੈ ਉਸ ਜਿਹੜੀ ਹੈਗੀ ਹੈ ਇਟ ਇਜ਼ ਇਨ ਲਿਕੁਇਡ ਫਾਰਮ। ਇਹ ਜਦੋਂ ਫਾਰਮੇਸ਼ਨ ਕਰੂਗੀ ਸਰਫੇਸ ਦੇ ਉੱਪਰ, ਡਿਊ ਪੁਆਇੰਟ ਜਿਹੜਾ ਹੈਗਾ, ਜਿਹੜਾ ਆਪਾਂ ਪਹਿਲੇ ਕੁਐਸਚਨ ਵਿੱਚ ਡਿਸਕਸ ਕੀਤਾ ਸੀਗਾ, ਉਹਦਾ ਜਿਹੜਾ ਟੈਂਪਰੇਚਰ ਹੈਗਾ ਸ਼ੁੱਡ ਬੀ ਅਬਵ ਦ ਫ੍ਰੀਜ਼ਿੰਗ ਪੁਆਇੰਟ।
ਫ੍ਰੀਜ਼ਿੰਗ ਪੁਆਇੰਟ ਕਿੰਨਾ ਹੁੰਦਾ 0 ਡਿਗਰੀ। ਯਾਨੀ ਕਿ ਕਹਿੰਦੇ ਚਾਹੇ 2 ਡਿਗਰੀ ਹੋ ਜੇ, ਚਾਹੇ 3 ਹੋ ਜੇ, ਚਾਹੇ 4 ਹੋ, ਚਾਹੇ 5, ਚਾਹੇ 10, ਚਾਹੇ 15 ਡਿਗਰੀ, ਉੱਥੇ ਹੀ ਫਾਰਮੇਸ਼ਨ ਹੋ ਸਕਦੀ ਹੈ ਲਿਕੁਇਡ ਦੀ, ਲਿਕੁਇਡ ਡਿਊ ਦੀ। ਇਨਫੈਕਟ ਡਿਊ ਲਿਕੁਇਡ ਹੀ ਹੁੰਦੀ ਹੈ। ਦੇਖੋ ਅਗੇਨ ਆਪਾਂ ਉਸੇ ਕਨਸੈਪਟ ਨੂੰ ਲੈ ਕੇ ਆਉਂਦੇ ਹਾਂ, ਰਿਲੇਟਿਵ ਹਿਊਮਿਡਿਟੀ ਦੀ ਹੀ ਗੱਲ ਕਰਦੇ। ਦੇਖੋ ਯਾਰ ਆਪਾਂ ਗੱਲ ਕਰਦੇ ਹਾਂ ਲੈਟਸ ਸੇ ਅਕਤੂਬਰ ਦੀ, ਨਵੰਬਰ ਦੀ, ਰਾਈਟ। ਅਕਤੂਬਰ ਨਵੰਬਰ ਵਿੱਚ ਤੁਸੀਂ ਆਪ ਦੇਖੋਗੇ ਕਿ ਕੀ ਹੋਣਾ ਸ਼ੁਰੂ ਹੋਣਾ ਹੈ। ਅਕਤੂਬਰ ਨਵੰਬਰ ਦੇ ਵਿੱਚ ਤੁਸੀਂ ਦੇਖੋਗੇ ਸਰ ਦਿਨ ਛੋਟੇ ਹੁੰਦੇ ਵਰਸਸ ਸਮਰ ਦੀ ਆਪਾਂ ਕੰਪੈਰੀਜ਼ਨ ਕरें ਤਾਂ ਦਿਨ ਬਹੁਤ ਲੰਬੇ ਹੁੰਦੇ। ਤਾਂ ਜੇ ਦਿਨ ਲੰਬੇ ਹੈ ਜਾਂ ਦਿਨ ਛੋਟੇ ਹੈ ਇਨਫੈਕਟ ਅਕਤੂਬਰ ਨਵੰਬਰ ਵਿੱਚ, ਤਾਂ ਕੀ ਕਹਿ ਸਕਦਾ ਕਿ ਮੈਂ ਕਿਆ ਇਨਸੋਲੇਸ਼ਨ ਜਿਹੜੀ ਹੈਗੀ ਹੈ ਉਹ ਘੱਟ ਹੋਊਗੀ। ਦ ਆਂਸਰ ਇਜ਼ ਯੈਸ। ਅਰਥ ਸ਼ਾਰਟ ਵੇਵ ਰੇਡੀਏਸ਼ਨ ਘੱਟ ਟਾਈਮ ਲਈ ਉਰੇ ਐਕਸਪੀਰੀਅੰਸ ਕਰਨ ਵਾਲੀ ਹੈ। ਤਾਂ ਜਿਵੇਂ ਹੀ ਰਾਤ ਹੋਣੀ ਹੈ ਇਨਫੈਕਟ ਸੂਰਜ ਥੱਲੇ ਜਾਣਾ ਸ਼ੁਰੂ ਕਰੂਗਾ ਹੋਰਾਈਜ਼ਨ ਤੋਂ, ਤਾਂ ਆਪਾਂ ਦੇਖਦੇ ਹਾਂ ਕਿ ਉਰੇ ਲੌਂਗਰ ਨਾਈਟਸ ਆਪਾਂ ਐਕਸਪੀਰੀਅੰਸ ਕਰਦੇ ਹਾਂ ਆਪਾਂ, ਰਾਈਟ। ਤਾਂ ਹੁੰਦਾ ਕੀ ਹੈ ਜੀ, ਤੁਸੀਂ ਆਪ ਦੇਖੋ ਜ਼ਰਾ, ਆਪਾਂ ਗੱਲ ਕੀਤੀ ਸੀਗੀ ਅਗੇਨ 에ਅਰ ਪਾਰਸਲ ਹੈ ਜਿਹਦੇ ਵਿੱਚ ਦੂਰ 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 ਪਾਰਟੀਕਲਸ ਪਏ, ਉਹ ਹੋਰ ਜਾਂ ਦੂਰ ਹੋਣਗੇ ਜਿੰਨੀ ਜ਼ਿਆਦਾ ਇਨਸੋਲੇਸ਼ਨ ਹੋਣ ਵਾਲੀ। ਜਦੋਂ ਇਨਸੋਲੇਸ਼ਨ ਘਟਣੀ ਸ਼ੁਰੂ ਹੋ ਜਾਣੀ ਹੈ ਤਾਂ ਉਹ ਜ਼ਿਆਦਾ ਡਿਊਰੇਸ਼ਨ ਵਾਸਤੇ ਦੂਰ ਨਹੀਂ ਰਹਿ ਸਕਦੇ। ਜਦੋਂ ਦੂਰ ਹੈ ਤਾਂ ਦੇ ਹੈਵ ਐਕਸਟਰਾ ਮੋਇਸਚਰ ਹੋਲਡਿੰਗ ਕੈਪੈਸਿਟੀ ਓਵਰ ਹੈ, ਓਵਰ ਹੇਅਰ, ਓਵਰ ਹੇਅਰ, ਓਵਰ ਹੇਅਰ, ਓਵਰ ਹੇਅਰ। The moment insolation starts to drop in the months of October and November and so on and so forth, ਤਾਂ ਉਦੋਂ ਕੀ ਹੋਣਾ ਸ਼ੁਰੂ ਹੁੰਦਾ ਹੈ? ਉਦੋਂ ਹੋਣਾ ਸ਼ੁਰੂ ਹੁੰਦਾ ਹੈ ਜੀ ਕਿ ਇਹ ਜਿਹੜੇ ਪਾਰਟੀਕਲਸ ਹੈ ਦੇ ਕਮ ਕਲੋਜ਼ ਟੂ ਈਚ ਅਦਰ। ਵੈਨ ਦੇ ਕਮ ਕਲੋਜ਼ ਟੂ ਈਚ ਅਦਰ ਦੇ ਹੈਵ ਲੈਸ ਮੋਇਸਚਰ ਹੋਲਡਿੰਗ ਕੈਪੈਸਿਟੀ। ਜਿੰਨਾ ਐਕਸਟਰਾ ਮੋਇਸਚਰ ਹੈ ਇਟ ਸਟਾਰਟਸ ਟੂ ਕੰਡੈਂਸ, ਇਟ ਸਟਾਰਟਸ ਟੂ ਕੰਡੈਂਸ, ਉਹ ਕੰਡੈਂਸ ਹੋਣਾ ਸ਼ੁਰੂ ਹੋ ਜਾਂਦਾ ਹੈ। ਹੁਣ ਡਿਊ ਕਿੱਥੇ ਦਿਖਦੀ ਹੈ? ਸਰਫੇਸ ਦੇ ਉੱਪਰ ਸਰ, ਸਰਫੇਸ ਦੇ ਉੱਪਰ। ਕੋਈ ਪੱਥਰ ਦਾ ਸਰਫੇਸ ਹੈ, ਕੋਈ ਗਰਾਊਂਡ ਹੈ, ਰਾਈਟ, ਤੁਹਾਡੀ ਕਾਰ ਹੋ ਸਕਦੀ ਹੈ, ਰਾਈਟ, ਉਸ ਦੇ ਉੱਪਰ ਤੁਹਾਨੂੰ ਇਹ ਡਿਊ ਫਾਰਮੇਸ਼ਨ ਦੇਖਣੀ ਸ਼ੁਰੂ ਹੋ ਜਾਂਦੀ ਹੈ। ਕਿਉਂ? ਕਿਉਂਕਿ ਉਹ ਸਰਫੇਸ ਨੇ ਲੌਂਗ ਵੇਵ ਰੇਡੀਏਸ਼ਨ ਦੀ ਫਾਰਮ ਵਿੱਚ ਰੇਡੀਏਟ ਕਰਤਾ, ਹੁਣ ਉਹਦਾ ਟੈਂਪਰੇਚਰ ਘਟ ਚੁੱਕਿਆ। ਟੈਂਪਰੇਚਰ ਘਟ ਚੁੱਕਿਆ ਤਾਂ ਉਹਦੇ ਕੋਲ ਜਿਹੜੇ ਮੋਇਸਚਰ ਹੋਲਡਿੰਗ ਕੈਪੈਸਿਟੀ ਘਟ ਹੈ। ਇਨਫੈਕਟ ਹੁਣ ਇੱਕ ਧਿਆਨ ਦੇਣ ਵਾਲੀ ਜਿਹੜੀ ਗੱਲ ਹੈਗੀ ਹੈ ਕਿ ਉਹਦਾ ਟੈਂਪਰੇਚਰ ਜਿਹੜਾ ਹੈਗਾ ਨਾ ਇੰਨਾ ਨਹੀਂ ਘਟਿਆ ਹੈਗਾ ਕਿ ਉਹ 0 ਡਿਗਰੀ ਤੋਂ ਥੱਲੇ ਪਹੁੰਚੇ, 0 ਡਿਗਰੀ ਤੋਂ ਥੱਲੇ ਪਹੁੰਚੇ। ਤਾਂ ਕਰਕੇ ਉੱਥੇ ਆਪਾਂ ਨੂੰ ਲਿਕੁਇਡ ਫਾਰਮ ਦੇ ਵਿੱਚ ਡਿਊਰੇਸ਼ਨ, ਲਿਕੁਇਡ ਫਾਰਮ ਦੇ ਵਿੱਚ ਆਪਾਂ ਨੂੰ ਉੱਥੇ ਕੰਡੈਂਸੇਸ਼ਨ ਦਿਖ ਰਹੀ ਹੈ, that is dew formation. So the statement is correct. Now when the dew formation is below freezing point it is referred to as frost point. ਕਹਿੰਦੇ frost point ਹੋ ਚੁੱਕਿਆ ਹੈ ਜਦੋਂ ਤੁਹਾਡੀ ਜਿਹੜੀ ਡਿਊ ਪੁਆਇੰਟ ਹੈ ਉਹ ਫ੍ਰੀਜ਼ਿੰਗ ਪੁਆਇੰਟ ਤੋਂ ਥੱਲੇ ਜਾ ਚੁੱਕੀ ਹੈ। ਹਾਂਜੀ, ਹੁਣ ਆਪਾਂ ਮਹੀਨੇ ਦੀ ਗੱਲ ਕਰਦੇ ਹਾਂ ਲੈਟਸ ਸੇ ਦਸੰਬਰ ਐਂਡ ਦੀ ਜਾਂ ਜਨਵਰੀ ਸਟਾਰਟਿੰਗ ਦੀ, ਜਦੋਂ ਪੀਕ ਵਿੰਟਰਸ ਆ ਚੁੱਕੀਆਂ ਹੁੰਦੀਆਂ ਜੀ, ਉਦੋਂ ਹੀ ਤੁਹਾਨੂੰ ਦੇਖਣ ਨੂੰ ਮਿਲੂਗਾ ਕਿ ਕੋਰਾ ਪਿਆ ਹੋਇਆ ਕਿਤੇ ਨਾ ਕਿਤੇ। ਕਿਉਂ? ਕਿਉਂਕਿ ਉਸ ਟਾਈਮ ਦੇਖੋ ਕਿ ਯਾਰ ਪਿਛਲੇ 2-3 ਮਹੀਨੇ ਤੋਂ ਐ ਹੋ ਰਿਹਾ ਕਿ ਜਿਹੜੀ ਇਨਸੋਲੇਸ਼ਨ ਉਹ ਘਟਦੀ ਜਾ ਰਹੀ ਹੈ, ਘਟਦੀ ਜਾ ਰਹੀ ਹੈ, ਘਟਦੀ ਜਾ ਰਹੀ ਹੈ, ਰਾਈਟ। ਤੇ ਲੰਬੀਆਂ ਰਾਤਾਂ ਨੇ, ਉਹਦੇ ਕਰਕੇ ਤੁਸੀਂ ਦੇਖੋ ਕਿ ਓਵਰਆਲ ਜਿਹੜਾ ਟੈਂਪਰੇਚਰ ਹੈਗਾ ਉਹ ਘੱਟ ਹੋ ਚੁੱਕਿਆ। ਸਰਦੀਆਂ ਦੇ ਵਿੱਚ ਆਈ ਹੁੰਦਾ ਤੇ ਕੁਝ ਕੇਸਿਸ ਦੇ ਵਿੱਚ, ਕੁਝ ਰੀਜਨਸ ਦੇ ਵਿੱਚ, ਕੁਝ ਸਪੈਸਿਫਿਕ ਰੀਜਨਸ ਦੀ ਗੱਲ ਕਰ ਰਹੇ ਹਾਂ ਤੇ ਉਹਦੇ ਵਿੱਚ ਉਸ ਮਟੀਰੀਅਲ ਦਾ ਵੀ ਰੋਲ ਹੋ ਜਾਂਦਾ ਜਿਹਦੇ ਉੱਪਰ ਉਹ ਡਿਊ ਫਾਰਮੇਸ਼ਨ ਜਾਂ ਫਰੋਸਟ ਫਾਰਮੇਸ਼ਨ ਹੋਈ ਹੈ। ਉੱਥੇ ਕੀ ਹੁੰਦਾ ਜੀ, ਟੈਂਪਰੇਚਰ ਇੰਨਾ ਜ਼ਿਆਦਾ ਡ੍ਰੌਪ ਹੋ ਜਾਂਦਾ ਕਿ ਜਿਹੜਾ ਡਿਊ ਪੁਆਇੰਟ ਹੈਗਾ ਉਹ ਕਿੱਥੇ ਹੁੰਦਾ ਹੈ? ਇਟ ਇਜ਼ ਬਿਲੋ ਦ ਫ੍ਰੀਜ਼ਿੰਗ ਪੁਆਇੰਟ, ਯਾਨੀ ਕਿ ਉੱਥੇ 0 ਡਿਗਰੀ ਦੇ ਆਸ-ਪਾਸ ਟੈਂਪਰੇਚਰ ਪਹੁੰਚ ਚੁੱਕਿਆ ਹੁੰਦਾ ਰਾਤ ਨੂੰ। ਤਾਂ ਕਰਕੇ ਉੱਥੇ ਜਿੰਨਾ ਹੀ ਮੋਇਸਚਰ ਸੀਗਾ ਉਹ ਕੀ ਕਰਦਾ ਹੈ? ਉਹ ਕੰਡੈਂਸ ਕਰ ਦਿੰਦਾ ਉੱਥੇ। ਸੋ ਐਂਡ ਵਾਟਰ ਵੇਪਰ ਕੰਡੈਂਸ ਐਂਡ ਡਾਇਰੈਕਟਲੀ ਇਨਟੂ ਆਈਸ ਕ੍ਰਿਸਟਲ, ਦਿਸ ਇਜ਼ ਕਰੈਕਟ। ਆਈਸ ਕ੍ਰਿਸਟਲ ਦੀ ਫਾਰਮੇਸ਼ਨ ਹੋ ਜਾਂਦੀ ਹੈ, ਕੋਰਾ ਜਿਹਨੂੰ ਆਪਾਂ ਕਹਿੰਦੇ ਹਾਂ ਉਹ ਬਣ ਜਾਂਦਾ ਹੈ। ਕਿਉਂ? ਟੈਂਪਰੇਚਰ ਇੰਨਾ ਜ਼ਿਆਦਾ ਉੱਥੇ ਸਪੈਸਿਫਿਕ ਰੀਜਨ ਦੇ ਵਿੱਚ ਘਟਿਆ ਸੀਗਾ। Then the phenomena of frozen dew occurs when dew point is initially below freezing point, leading to formation of ice pellets. No, this is incorrect in this case. So we have 1 and 2 as the right answer. So frozen dew का कुछ इसमें बहुत बड़ा रोल नहीं आने वाला, right? तो frozen dew ਦੀ ਆਪਾਂ ਗੱਲ ਕਰ ਰਹੇ ਹਾਂ कि occurs when dew point is initially below the freezing point. नहीं, ऐसा कुछ नहीं, right? So again 1 and 2 is the right answer in this case. Next. Now this question deals with the cloud types. ਇਹਨਾਂ ਵਿੱਚ ਪੁੱਛਿਆ ਗਿਆ ਕਿ which of the following is classified as high level cloud. Again ਆਪਾਂ clouds ਦੀ formation ਦੀ ਗੱਲ ਕਰਦੇ ਹਾਂ ਕਿ ਅਲੱਗ-ਅਲੱਗ ਹਾਈਟ ਤੇ ਅਲੱਗ-ਅਲੱਗ ਕਲਾਉਡਸ ਬਣ ਜਾਂਦੇ। ਤਾਂ ਸਿਰਸ ਕਲਾਉਡਸ ਇੱਕ ਐਸਾ ਕਲਾਉਡ ਹੈ ਜੋ ਸਭ ਤੋਂ ਜ਼ਿਆਦਾ ਹਾਈਟ ਤੇ ਸਭ ਤੋਂ ਉੱਚਾ ਇੱਕ ਕਲਾਉਡ ਬਣਦਾ ਹੈ, ਸਿਰਸ ਕਲਾਉਡ। ਫੈਦਰੀ, ਜਿਵੇਂ ਫੈਦਰ ਹੁੰਦਾ ਉਸ ਅਪੀਅਰੈਂਸ ਦੇ ਤੁਹਾਨੂੰ ਇਹ ਕਲਾਉਡਸ ਦਿਖਦੇ हैं, ਬਹੁਤ ਹੀ ਮਤਲਬ ਲਾਈਕ ਕਿ ਕੋਈ ਲੈਟਸ ਸੇ ਕੁਝ ਇਸ ਤਰੀਕੇ ਦੇ ਬਣੇ ਹੋਣਗੇ, feathery in nature and they are made up of ice crystals. ਇਹ ਰੇਨ ਬੀਰਿੰਗ ਕਲਾਉਡਸ ਨਹੀਂ ਹੁੰਦੇ ਜੀ, ਰਾਈਟ। ਇਹ ਰੇਨ ਨਹੀਂ ਲੈ ਕੇ ਆ ਸਕਦੇ, ਬਟ ਹਾਂ
बहुत हाई इन दी एटमोसफेयर, अप्रोक्सीमेटली 10 किलोमीटर्स 12 किलोमीटर्स, राइट? इस एरिया ਦੇ ਆਸ-ਪਾਸ ਤੁਹਾਨੂੰ ਇਹ ਕਲਾउਡਸ ਦੇਖਣ ਨੂੰ ਮਿਲਦੇ ਆ। ਸੋ ਦੀ ਆਂਸਰ ਇਨ ਦਿਸ ਕੇਸ ਇਜ਼ 3 only. Next, now this question is from UPSC Prelims 2025. The World Bank warned that India could become one of the first places where wet bulb temperature routinely exceeds 35 degrees Celsius. Which of the following statements best reflects the implication of the above said report? ਹੁਣ ਜਦੋਂ ਇਹ ਅਪ੍ਰੈਲ ਦੇ ਵਿੱਚ ਨਿਊਜ਼ ਆਈ ਸੀਗੀ ਤੇ ਉਦੋਂ ਵੀ ਮੈਂ ਜਦੋਂ ਕਰੰਟ ਅਫੇਅਰਸ ਕਰਾ ਰਿਹਾ ਸੀ, ਆਈ ਸੈਡ ਕਿ ਦਿਸ ਇਜ਼ ਵੈਰੀ ਇੰਪੋਰਟੈਂਟ, ਰਾਈਟ? ਸੋ ਉਹਨਾਂ ਨੇ ਇਨਡਾਇਰੈਕਟਲੀ ਇਸ ਤੇ ਕੁਐਸਚਨ ਪੁੱਛ ਵੀ ਲਿਆ ਐਂਡ ਆਈ ਬਿਲੀਵ ਕਿ ਪੀਸੀਐਸ ਵੀ ਇਸ ਤੇ ਪੁੱਛ ਸਕਦੀ ਹੈ। ਆਪਾਂ ਇੱਕ ਕਨਸੈਪਟ ਸਮਝਣਾ ਹੋਰੇ ਰਿਲੇਟਡ ਟੂ ਵੈਟ ਬਲਬ ਟੈਂਪਰੇਚਰ। ਕੋਈ ਵਰਲਡ ਬੈਂਕ ਦੀ ਰਿਪੋਰਟ ਆਈ ਸੀ ਜਿਹਨੇ ਉਹ ਕੁਝ ਕਿਹਾ, ਜਾਣਨ ਦੀ ਜ਼ਰੂਰਤ ਨਹੀਂ ਹੈਗੀ, ਠੀਕ ਹੈ? ਤੇ ਨਾ ਹੀ ਉਹ ਪੁੱਛ ਰਿਹਾ ਕਿ ਕਿਹੜੀ ਵਰਲਡ ਬੈਂਕ ਦੀ ਰਿਪੋਰਟ ਨੇ ਦੱਸਿਆ, ਆਪਾਂ ਉਹ ਸਭ ਚੀਜ਼ਾਂ ਯਾਦ ਨਹੀਂ ਕਰਨੀ ਹੁੰਦੀ। ਦੈਟ ਇਜ਼ ਟੂ ਮਚ ਇਨਫੋਰਮੇਸ਼ਨ, ਉਹਦਾ ਆਪਣੇ ਕੇਸ ਵਿੱਚ ਕੋਈ ਭਲਾ ਨਹੀਂ ਕਰੂਗੀ ਉਹ। ਆਪਾਂ ਨੂੰ ਕਨਸੈਪਟ ਸਮਝਣਾ ਜ਼ਿਆਦਾ ਜ਼ਰੂਰੀ। ਸੋ ਦ ਫਰਸਟ ਸਟੇਟਮੈਂਟ, ਇਨ ਫੈਕਟ ਸਚ ਸਟੇਟਮੈਂਟਸ ਆਪਾਂ ਬਾਅਦ ਚ ਕਵਰ ਕਰਦੇ ਹਾਂ, ਪਹਿਲਾਂ ਲੈਟਸ ਗੋ ਥਰੂ ਦ ਕਨਸੈਪਟ ਪਾਰਟ। ਵੈਟ ਬਲਬ ਟੈਂਪਰੇਚਰ ਸਿੰਪਲ ਹੈ ਜੀ, ਕੋਈ ਟੈਕਨੀਕਲ ਇਹਦੇ ਵਿੱਚ ਆਪਾਂ ਜ਼ਿਆਦਾ ਟੈਕਨੀਕੈਲਿਟੀ ਚ ਪੈਣਾ ਨਹੀਂ ਹੈਗਾ। ਵੈਟ ਬਲਬ ਟੈਂਪਰੇਚਰ ਕੀ ਦੱਸਦਾ ਹੈ ਕਿ ਕਿੰਨਾ ਜਾਂ ਕਿਸ ਲੈਵਲ ਤੱਕ ਟੈਂਪਰੇਚਰ ਡ੍ਰੌਪ ਹੋ ਸਕਦਾ ਹੈ ਥਰੂ ਇਵੈਪੋਰੇਸ਼ਨ। ਕਿਸੇ ਵੀ 에ਅਰ ਪਾਰਸਲ ਦਾ ਕਿਸ ਲੈਵਲ ਤੱਕ ਟੈਂਪਰੇਚਰ ਡ੍ਰੌਪ ਹੋ ਸਕਦਾ ਹੈ ਥਰੂ ਇਵੈਪੋਰੇਸ਼ਨ। वेट बल्ब टेम्परेचर अगेन आई एम रिपीटिंग इज कि किस लेवल तक टेम्परेचर ड्रॉप हो सकता है थ्रू इवैपोरेशन। ਹੁਣ ਇਹ ਦਿਖਾ ਕੀ ਰਿਹਾ ਹੈ? ਵੈਟ ਬਲਬ ਟੈਂਪਰੇਚਰ ਕੀ ਦੱਸਦਾ ਹੈ ਕਿ ਯਾਰ ਉੱਥੇ ਮੋਇਸਚਰ ਹੋਲਡਿੰਗ ਕੈਪੈਸਿਟੀ ਕਿੰਨੀ ਹੈ, ਰਾਈਟ? ਮੋਇਸਚਰ ਹੋਲਡਿੰਗ ਕੈਪੈਸਿਟੀ ਉਸ 에ਅਰ ਦੀ ਕਿੰਨੀ ਹੈ ਤੇ ਇਵੈਪੋਰੇਸ਼ਨ ਨਾਲ ਕਿੰਨਾ ਇੱਕ ਸਰਫੇਸ ਦਾ ਟੈਂਪਰੇਚਰ ਜਿਹੜਾ ਹੈਗਾ ਉਹ ਡ੍ਰੌਪ ਹੋ ਸਕਦਾ, ਕਿੰਨਾ ਇੱਕ ਸਰਫੇਸ ਦਾ ਟੈਂਪਰੇਚਰ ਡ੍ਰੌਪ ਹੋ ਸਕਦਾ। ਦਿਸ ਇਜ਼ ਵੈਰੀ ਇੰਪੋਰਟੈਂਟ। ਕਿਉਂ? ਦੇਖੋ, ਲੈਟਸ ਸੇ ਹੁਣ ਆਪਾਂ ਕਈ ਵਾਰੀ ਹੀਟ ਸਟ੍ਰੈਸ ਦੀ ਗੱਲ ਕਰਦੇ ਜਦੋਂ ਹੀਟ ਬਹੁਤ ਜ਼ਿਆਦਾ ਆ ਚੁੱਕੀ ਹੈ, ਰਾਈਟ? ਫੈਕਟ, ਠੀਕ ਹੈ। ਹਾਈਪੋਥਰਮੀਆ ਆਪਾਂ ਪੜ੍ਹਦੇ ਹਾਂ ਜਦੋਂ ਟੈਂਪਰੇਚਰ ਬੋਡੀ ਦਾ ਡ੍ਰੌਪ ਬਹੁਤ ਜ਼ਿਆਦਾ ਕਰ ਦਿੰਦਾ, ਸਰਦੀਆਂ ਦੀ ਗੱਲ। ਪਰ ਹਾਈਪਰਥਰਮੀਆ ਮਤਲਬ ਕਿ ਹੁਣ ਨਾ ਟੈਂਪਰੇਚਰ ਬੋਡੀ ਦਾ ਬਹੁਤ ਉੱਤੇ ਚੱਲਦਾ ਜਾ ਰਿਹਾ ਤੇ ਉਹ ਰੈਗੂਲੇਟ ਹੀ ਨਹੀਂ ਕਰ ਪਾ ਰਿਹਾ। ਰੈਗੂਲੇਟ ਕਰਨ ਦਾ ਮਤਲਬ ਇਹ ਹੈ ਕਿ ਰੈਗੂਲੇਟ, ਦੇਖੋ ਬੋਡੀ ਨੂੰ ਰੈਗੂਲੇਟ, ਬੋਡੀ ਦਾ ਟੈਂਪਰੇਚਰ ਦੋ ਤਰੀਕੇ ਨਾਲ ਰੈਗੂਲੇਟ ਹੁੰਦਾ। ਇੱਕ ਜਦੋਂ ਆਪਾਂ ਨੂੰ ਸ਼ਿਵਰਿੰਗ, ਇਨਫੈਕਟ ਆਪਾਂ ਨੂੰ ਸਰਦੀ ਲੱਗਦੀ ਹੈ ਤਾਂ ਬੋਡੀ ਸਟਾਰਟਸ ਟੂ ਸ਼ਿਵਰ ਕਰਦੇ ਹਾਂ ਤਾਂ ਉਹਦੇ ਨਾਲ ਕੀ ਹੁੰਦਾ, ਫ੍ਰਿਕਸ਼ਨ ਜਨਰੇਟ ਹੁੰਦੀ ਹੈ, ਉਹਦੇ ਕਰਕੇ ਹੀਟ ਜਨਰੇਟ ਹੁੰਦੀ ਹੈ। ਦਿਸ ਇਜ਼ ਵਨ ਸਚ ਮੈਕੈਨਿਜ਼ਮ, ਰਾਈਟ? ਤੇ ਅਦਰ ਮੈਕੈਨਿਜ਼ਮ ਅਗੇਨ ਟੂ ਰੈਗੂਲੇਟ ਦ ਟੈਂਪਰੇਚਰ ਇਨ ਕੇਸ ਆਫ ਆਰਗੈਨਿਜ਼ਮ ਇਜ਼ ਕਿ ਸਵੈਟਿੰਗ ਵਾਲਾ ਪਾਰਟ ਹੋ ਜਾਏ। ਸਵੈਟਿੰਗ ਨਾਲ ਕੀ ਹੁੰਦਾ ਹੈ ਕਿ ਤੁਹਾਡੀ ਜਿਹੜੀ ਬੋਡੀ ਦੀ ਐਕਸੈਸ ਹੀਟ ਹੈ ਉਹਨੂੰ ਬਾਹਰ ਰਿਲੀਜ਼ ਕੀਤਾ ਜਾਂਦਾ ਹੈ, ਸਵੈਟ ਆ ਜਾਊਗੀ। ਸਵੈਟ ਬਾਅਦ ਵਿੱਚ ਡਿਟਰਮਾਈਨ ਕਰਦਾ ਹੈ ਇਵੈਪੋਰੇਟ ਹੋ ਪਾ ਰਹੀ ਹੈ ਨਹੀਂ ਹੋ ਪਾ ਰਹੀ। ਯੂ ਸੀ ਕਿ ਜਦੋਂ ਗਰਮੀਆਂ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਸਵੈਟਿੰਗ ਹੁੰਦੀ ਹੈ ਤੇ ਤੁਸੀਂ ਪੱਖਾ ਔਨ ਕਰਦੇ ਹੋ ਤੇ ਉਹਦੇ ਨਾਲ ਕੀ ਹੁੰਦਾ, ਇਹ ਇਵੈਪੋਰੇਟ ਹੋਣਾ ਸ਼ੁਰੂ ਹੋ ਗਈ। ਇਵੈਪੋਰੇਟ ਹੋ ਰਹੀ ਹੈ, ਉਹਦੇ ਨਾਲ ਕੀ ਹੁੰਦਾ ਕਿ ਇੱਕ ਕੂਲਿੰਗ ਇਫੈਕਟ ਤੁਹਾਨੂੰ ਦੇਖਣ ਨੂੰ ਮਿਲਦਾ। ਔਨ ਦੀ ਅਦਰ ਹੈਂਡ ਲੈਟਸ ਸੇ ਤੁਸੀਂ ਕੁਝ ਐਸੇ ਪਲੇਸ ਨੂੰ ਵਿਜ਼ਿਟ ਕੀਤਾ, ਫॉर एग्जांपल ਤੁਸੀਂ ਤਾਮਿਲਨਾਡੂ ਨੂੰ ਵਿਜ਼ਿਟ ਕੀਤਾ। ਤਾਮਿਲਨਾਡੂ ਦੇ ਵਿੱਚ ਤੁਸੀਂ ਦੇਖੋਗੇ ਕਿ ਹਿਊਮਿਡਿਟੀ ਆਲਰੇਡੀ ਬਹੁਤ ਹਾਈ ਹੈ। ਜਾਂ ਤੁਸੀਂ ਇਨਫੈਕਟ ਤਾਮਿਲਨਾਡੂ ਵੀ ਨਾ ਵਿਜ਼ਿਟ ਕਰੋ, ਕੌਣ ਜਾ ਰਿਹਾ ਨਹੀਂ ਦੂਰ। ਆਪਾਂ ਆਪਣੇ ਪੰਜਾਬ ਦੀ ਗੱਲ ਕਰਦੇ ਹਾਂ, ਆਪਾਂ ਗੱਲ ਕਰਦੇ ਹਾਂ ਲੈਟਸ ਸੇ ਜੂਨ ਦੀ ਤੇ ਅਗਸਤ ਜਾਂ ਸੈਪਟੈਂਬਰ। ਜੂਨ ਦੇ ਵਿੱਚ ਗਰਮੀ ਬਹੁਤ ਹੁੰਦੀ ਹੈ, ਰਾਈਟ? ਟੈਂਪਰੇਚਰ 40 ਡਿਗਰੀ ਤੇ ਵੀ ਪਹੁੰਚ ਜਾਂਦੇ ਆ। ਬਟ ਅਗਸਤ ਸਤੰਬਰ ਤੱਕ ਤੁਸੀਂ ਆਪ ਦੇਖੋਗੇ ਕਿ ਸਰ ਟੈਂਪਰੇਚਰ ਨਿਊਮੈਰੀਕਲੀ ਸਪੀਕਿੰਗ ਟੈਂਪਰੇਚਰ 40 ਡਿਗਰੀ 45 ਡਿਗਰੀ ਨਹੀਂ ਹੁੰਦਾ, ਬਟ ਐਟ ਟਾਈਮਸ ਤੁਹਾਨੂੰ ਬਹੁਤ ਜ਼ਿਆਦਾ ਹਿਊਮਿਡਿਟੀ ਫੀਲ ਹੁੰਦੀ ਹੈ ਤੇ ਤੁਸੀਂ ਬਾਹਰ ਨਿਕਲ ਹੀ ਨਹੀਂ ਪਾਉਂਦੇ। ਤੁਸੀਂ ਦੇਖਦੇ ਹੋ ਕਿ ਜੂਨ ਦੇ ਮਹੀਨੇ ਵਿੱਚ ਲੈਟਸ ਸੇ ਤੁਹਾਡਾ ਸਵੈਟ ਆਇਆ, ਜਿਹੜਾ ਕੋਈ ਸਵੈਟਿੰਗ ਹੋਈ ਹੈ, ਬੋਡੀ ਨੇ ਮੈਕੈਨਿਜ਼ਮ ਆਪਣਾ ਚਲਾਇਆ ਰੈਗੂਲੇਟ ਕਰਨ ਵਾਸਤੇ ਟੈਂਪਰੇਚਰ, ਸਵੈਟ ਜਿਹੜਾ ਸੀਗਾ ਉਹ ਥੋੜੇ ਟਾਈਮ ਦੇ ਵਿੱਚ ਹੀ ਇਵੈਪੋਰੇਟ ਹੋ ਗਿਆ, ਰਾਈਟ? ਇਵੈਪੋਰੇਟ ਹੋ ਗਿਆ। ਬਟ ਉਰੇ ਤੁਹਾਨੂੰ ਇਵੈਪੋਰੇਸ਼ਨ ਦੇਖਣ ਨੂੰ ਹੀ ਨਹੀਂ ਮਿਲ ਰਹੀ ਹੈਗੀ, ਇਵੈਪੋਰੇਟ ਹੋ ਹੀ ਨਹੀਂ ਰਿਹਾ। ਪਸੀਨਾ ਤੁਹਾਨੂੰ ਲੱਗ ਰਿਹਾ ਕਿ ਬਹੁਤ ਜ਼ਿਆਦਾ ਆ ਰਿਹਾ, ਪਸੀਨਾ ਆ ਜ਼ਿਆਦਾ ਨਹੀਂ ਰਿਹਾ, ਇਟਸ ਜਸਟ ਕਿ ਉਹ ਇਵੈਪੋਰੇਟ ਨਹੀਂ ਹੋ ਪਾ ਰਿਹਾ ਐਂਡ ਯੂ ਆਰ ਫੀਲਿੰਗ ਅਨਕੰਫਰਟੇਬਲ। ਇਵੈਪੋਰੇਟ ਨਹੀਂ ਹੋ ਪਾ ਰਿਹਾ ਤਾਂ ਜਿਹੜੀ ਬੋਡੀ ਦੀ ਐਕਸੈਸ ਹੀਟ ਹੈ ਉਹ ਬਾਹਰ ਨਹੀਂ ਜਾ ਪਾ ਰਹੀ, ਤਾਂ ਕਰਕੇ ਤੁਹਾਡੀ ਬੋਡੀ ਦੇ ਕੇਸ ਵਿੱਚ ਵੀ ਤੁਹਾਨੂੰ ਹੀਟ ਸਟ੍ਰੋਕ ਦੇ ਚਾਂਸਸ ਉਰੇ ਦੇਖਣ ਨੂੰ ਮਿਲ ਸਕਦੇ। ਸੋ ਵੈਟ ਬਲਬ ਟੈਂਪਰੇਚਰ ਕੀ ਦਿਖਾ ਰਿਹਾ ਕਿ ਯਾਰ ਆਸ-ਪਾਸ ਜਿਹੜੀ 에ਅਰ ਹੈ ਉਹਦੀ ਮੋਇਸਚਰ ਹੋਲਡਿੰਗ ਕੈਪੈਸਿਟੀ ਕਿੰਨੀ ਹੈ। ਟੈਕਨੀਕਲੀ ਆਪਾਂ ਉਸ 'ਚ ਨਹੀਂ ਜਾ ਰਹੇ ਕਿ ਕੀ ਬਣਦਾ ਕੀ ਨਹੀਂ ਬਣਦਾ, ਬਟ ਹਾਂ ਇੱਕ ਨੋਰਮਲ ਇੱਕ ਸਮਝਣ ਵਾਸਤੇ ਆਪਾਂ ਕਹਿੰਦੇ ਹਾਂ ਕਿ ਵੈਟ ਬਲਬ ਟੈਂਪਰੇਚਰ ਕੀ ਹੈ, ਉਹ ਟੈਂਪਰੇਚਰ ਹੈ ਕਿ ਜਿੰਨਾ ਟੈਂਪਰੇਚਰ ਡ੍ਰੌਪ ਹੋ ਸਕਦਾ ਹੈ, ਰਾਈਟ? ਬਿਕੋਜ਼ ਆਫ ਇਵੈਪੋਰੇਸ਼ਨ। ਇਵੈਪੋਰੇਸ਼ਨ ਨਾਲ ਕੀ ਹੋਣਾ, ਕੂਲਿੰਗ ਹੋਣੀ ਹੈ ਜੀ, ਰਾਈਟ? ਇਵੈਪੋਰੇਸ਼ਨ ਨਾਲ ਤੁਸੀਂ ਦੇਖੋ ਕਿ ਸਰ ਕੂਲਿੰਗ ਕਿੱਦਾਂ ਹੋ ਸਕਦੀ ਹੈ। ਦੇਖੋ ਸਿੰਪਲ ਜੀ ਗੱਲ ਹੈ, ਆਪਾਂ ਆਪਣੇ ਇੱਕ ਸੀਰੀਜ਼ ਦੇ ਵਿੱਚ, ਮੈਨੂੰ ਯਾਦ ਨਹੀਂ ਕਿਹੜਾ, ਥਰਡ ਅਗੇਨ 5th ਜਾਂ 6th ਹੋ ਸਕਦੀ ਹੈ, ਉਹਦੇ ਵਿੱਚ ਆਪਾਂ ਗੱਲ ਕੀਤੀ ਸੀਗੀ
ਹੀਟ ਆਫ ਕੰਡੈਂਸੇਸ਼ਨ ਦੀ ਗੱਲ, ਲੇਟੈਂਟ ਹੀਟ ਦੀ ਗੱਲ ਕੀਤੀ ਸੀ, ਰਾਈਟ। ਲੇਟੈਂਟ ਮਤਲਬ ਹਿਡਨ ਫਾਰਮ ਦੇ ਵਿੱਚ। ਹੁਣ ਜਦੋਂ ਇਵੈਪੋਰੇਟ ਹੋਣਾ ਹੈ ਤਾਂ ਦੈਟ ਮੀਨਸ ਜਿਹੜਾ ਉਰੇ ਲੈਟਸ ਸੇ ਸਵੈਟ ਆਪਣਾ ਹੈਗਾ ਦਿਸ ਇਜ਼ ਇਨ ਲਿਕੁਇਡ ਫਾਰਮ ਤੋਂ ਫੇਜ਼ ਚੇਂਜ ਹੋਊਗਾ, ਗੈਸ ਦੀ ਫਾਰਮ ਵਿੱਚ ਕਨਵਰਟ ਹੋਣਾ, ਵੇਪਰ ਫਾਰਮ ਚ ਕਨਵਰਟ ਹੋਣਾ, ਦਿਸ ਇਜ਼ ਫੇਜ਼ ਚੇਂਜ ਕਦੋਂ ਹੋ ਸਕਦਾ ਕਿ ਜਦੋਂ ਕੋਈ ਐਕਸਟਰਾ એનર્ਜੀ ਨੂੰ ਦਿੱਤੀ ਜਾਵੇ। ਐਕਸਟਰਾ એનર્ਜੀ ਜਿਹੜੀ ਹੈਗੀ ਉਹ ਲੇਟੈਂਟ ਫਾਰਮ ਵਿੱਚ ਅਬਜ਼ੌਰਬ ਕਰ ਰਿਹਾ, ਉਹ ਸਰਾਊਂਡਿੰਗਸ ਤੋਂ ਅਬਜ਼ੌਰਬ ਕਰ ਰਿਹਾ, ਮੇਰੇ ਸਰਫੇਸ ਤੋਂ, ਮੇਰੀ ਸਕਿਨ ਤੋਂ ਜਿਹੜੀ ਐਕਸਟਰਾ ਟੈਂਪਰੇਚਰ ਹੈਗਾ ਉਹਨੂੰ ਅਬਜ਼ੌਰਬ ਕਰ ਰਿਹਾ। ਤੇ ਜਦੋਂ ਐਕਸਟਰਾ ਪਾਰਟ ਨੂੰ ਅਬਜ਼ੌਰਬ ਕਰ ਲਿਆ ਤਾਂ ਕਿਆ ਮੇਰਾ ਟੈਂਪਰੇਚਰ ਘਟੂਗਾ, ਕਿਆ ਮੇਰੀ ਸਰਾਊਂਡਿੰਗ ਜਿਹੜੀ ਹੈਗੀ ਆ ਇਹਦਾ ਟੈਂਪਰੇਚਰ ਘਟੂਗਾ? ਦੀ ਆਨਸਰ ਇਜ਼ ਯੈਸ। ਦੇਰਫੋਰ ਇਵੈਪੋਰੇਸ਼ਨ ਨਾਲ ਆਪਾਂ ਨੂੰ ਟੈਂਪਰੇਚਰ ਡ੍ਰੌਪ ਦੇਖਣ ਨੂੰ ਮਿਲਦਾ ਹੈ, ਰਾਈਟ। ਸੋ ਦਿਸ ਇਜ਼ ਦ ਕੇਸ ਰਿਲੇਟਡ ਟੂ ਵੈਟ ਬਲਬ ਟੈਂਪਰੇਚਰ। ਹੁਣ ਜੇ ਵੈਟ ਬਲਬ ਟੈਂਪਰੇਚਰ ਜੇ ਹਾਈ ਰਹਿ ਰਿਹਾ ਤਾਂ ਮਤਲਬ ਕੀ ਹੈ ਕਿ ਉਰੇ ਤੁਸੀਂ ਦੇਖੋ ਕਿ ਹਾਈ ਦਾ ਮਤਲਬ ਇਸ ਲਾਈਕ ਦਿਸ ਇਜ਼ 30 ਡਿਗਰੀ ਐਂਡ ਦਿਸ ਇਜ਼ 20 ਡਿਗਰੀ। ਇਹ ਕਹਿ ਰਿਹਾ ਕਿ ਇਵੈਪੋਰੇਸ਼ਨ ਹੋਣ ਤੋਂ ਬਾਅਦ ਮੈਕਸਿਮਮ ਜਿਹੜਾ ਟੈਂਪਰੇਚਰ ਹੈ 30 ਡਿਗਰੀ ਤੱਕ ਹੀ ਜਾ ਸਕਦਾ ਹੈ ਜੀ। ਇਵੈਪੋਰੇਸ਼ਨ ਹੋਣ ਤੋਂ ਬਾਅਦ ਲੈਟਸ ਸੇ ਮੈਕਸਿਮਮ ਟੈਂਪਰੇਚਰ ਡ੍ਰੌਪ ਜੋ ਹੋ ਰਿਹਾ ਉਹ ਸਿਰਫ 35 ਡਿਗਰੀ ਤੱਕ ਹੀ ਹੋ ਪਾ ਰਿਹਾ, ਉਸ ਤੋਂ ਥੱਲੇ ਨਹੀਂ ਜਾ ਪਾ ਰਿਹਾ। This indicates high wet bulb temperature. This indicates wet bulb temperature. This indicates relatively low wet bulb temperature, and this indicates ठीक है कि this is a low again in this case the lowest wet bulb temperature. High ਦਾ ਮਤਲਬ ਹੈ ਕਿ ਦੇਖੋ ਜ਼ਰਾ ਹਾਈ 35 ਡਿਗਰੀ ਕਿ ਯਾਰ ਕਿੰਨਾ ਡ੍ਰੌਪ, ਬਸ ਇਸ ਤੋਂ ਥੱਲੇ ਨਹੀਂ ਜਾ ਪਾ ਰਿਹਾ। ਦਿਸ ਇਜ਼ ਹਾਈ ਵੈਟ ਬਲਬ ਟੈਂਪਰੇਚਰ। ਉਸ ਤੋਂ ਜੇ ਥੱਲੇ ਜਾ ਰਿਹਾ ਤਾਂ 30 ਰਿਲੇਟਿਵਲੀ ਲੋਅਰ then 20 lowest wet bulb temperature। ਤਾਂ ਇਸ ਲਈ ਕੀ ਯਾਰ ਮੇਰੀ ਬੋਡੀ ਦਾ ਜਿਹੜਾ ਸਰਫੇਸ ਹੈ ਨਾ ਉਹ 35 ਡਿਗਰੀ ਤੋਂ ਥੱਲੇ ਨਹੀਂ ਜਾ ਪਾ ਰਿਹਾ। ਇਹਦਾ ਮਤਲਬ ਸਿਰਫ ਇੰਨਾ ਹੈ, ਇਵੈਪੋਰੇਸ਼ਨ ਵੀ ਹੋਗੀ, ਸਭ ਕੁਝ ਹੋ ਗਿਆ, ਬਹੁਤ ਮੁਸ਼ਕਿਲ ਨਾਲ ਇਵੈਪੋਰੇਸ਼ਨ ਹੋ ਪਾ ਰਹੀ ਹੈ। ਆਪਣੇ ਆਪ ਨੂੰ ਮੇਰਾ ਸਰਫੇਸ ਜਿਹੜਾ ਹੈਗਾ, ਮੇਰੀ ਬੋਡੀ ਹੈਗੀ 35 ਡਿਗਰੀ ਤੋਂ ਥੱਲੇ ਲੈ ਕੇ ਜਾ ਨਹੀਂ ਪਾ ਰਹੀ। ਦਿਸ ਇਜ਼ ਕਰੂਡ ਅੰਡਰਸਟੈਂਡਿੰਗ ਆਫ ਦਿਸ ਪਾਰਟ। ਸੋ ਜੇ ਨਹੀਂ ਜਾ ਪਾ ਰਹੀ ਤਾਂ ਮੇਰੀ ਜਿਹੜੀ ਬੋਡੀ ਦਾ ਮੈਕੈਨਿਜ਼ਮ ਸੀਗਾ ਹੀਟ ਰੈਗੂਲੇਸ਼ਨ ਦਾ ਉਹ ਵਰਕ ਪੂਰੇ ਨਹੀਂ ਕਰ ਪਾ ਰਿਹਾ। ਕਿਉਂ ਨਹੀਂ ਕਰ ਪਾ ਰਿਹਾ? ਕਿਉਂਕਿ ਜਿਹੜੀ ਮੋਇਸਚਰਿਟੀ ਹੈ, ਜਿਹੜੀ ਲੈਟਸ ਸੇ 에ਅਰ ਹੈ ਨਾ ਬਾਹਰ, ਜਿਹੜੀ ਬਾਹਰ 에ਅਰ ਹੈਗੀ ਹੈ ਉਹ ਇਟ ਇਜ਼ ਆਲਰੇਡੀ ਹਾਈਲੀ ਸੈਚੂਰੇਟਡ। ਇਹਦੇ ਕੋਲ ਐਕਸਟਰਾ ਕੁਝ ਹੋਰ ਲੈਟਸ ਸੇ ਉਰੇ ਜਿਹੜਾ ਹੈਗਾ ਇਹ ਆਲਰੇਡੀ ਸੈਚੂਰੇਟਡ ਪਈ ਹੈ ਯਾਰ, ਇਹਦੇ ਕੋਲ ਹੋਰ ਕੈਪੈਸਿਟੀ ਹੈ ਹੀ ਨਹੀਂ ਟੂ ਹੋਲਡ ਐਨੀ ਵਾਟਰ। ਜੇ ਹੋਲਡ ਐਨੀ ਵਾਟਰ ਨਹੀਂ ਕਰ ਪਾ ਰਹੀ ਤਾਂ ਇਹ ਮੇਰੇ ਐਕਸਟਰਾ ਮੋਇਸਚਰ ਨੂੰ ਵੀ ਅਬਜ਼ੌਰਬ ਨਹੀਂ ਕਰੂਗੀ। ਜੇ ਮੇਰਾ ਐਕਸਟਰਾ ਮੋਇਸਚਰ ਉਰੇ ਅਬਜ਼ੌਰਬ ਨਹੀਂ ਹੋ ਪਾਊਗਾ ਤਾਂ ਦੇਖੋ ਕਿ ਮੇਰੀ ਜਿਹੜੀ ਬੋਡੀ ਹੈਗੀ ਆ ਉਹ ਹੀਟ ਨੂੰ ਉਰੇ ਰੈਗੂਲੇਟ ਕਰ ਹੀ ਨਹੀਂ ਪਾਊਗੀ, ਰਾਈਟ। ਸੋ ਇਨ ਦਿਸ ਕੇਸ peninsular India will most likely suffer from flooding, tropical cyclones and droughts। देखो एक जनरल स्टेटमेंट है यार, वर्ल्ड बैंक ने बोला ही होगा कि ਜਦੋਂ ਕੋਈ क्लाइमेट चेंज हो रहा है, सब कुछ हो रहा है, तो एक तो बड़ी जनरल स्टेटमेंट है कि यार हाँ उसने कुछ ऐसा बोला होगा, राइट। then the survival of animals including humans will be affected as shedding of their body heat through perspiration becomes difficult। इससे ਨੂੰ ਆਪਾਂ ਸਮਝਿਆ? the answer is yes, it will be difficult for us। so we have both 1 and 2 as the right answer in this case। next, in an adiabatic heating process which of the following statements are true। now ਹੁਣ ਆਪਾਂ adiabatic ਦੀ ਗੱਲ ਕਰ ਰਹੇ, ਥੋੜਾ ਜਿਹਾ ਜ਼ਿਕਰ ਆਪਾਂ ਪਹਿਲਾਂ ਵੀ ਕਰ ਚੁੱਕੇ ਹਾਂ। ਤਾਂ ਐਡੀਆਬੈਟਿਕ ਹੀਟਿੰਗ ਦੀ ਗੱਲ ਕਰ ਰਹੇ, ਯਾਨੀ ਕਿ ਆਪਾਂ ਐਡੀਆਬੈਟਿਕਲੀ ਕੰਪਰੈਸ ਕਰ ਰਹੇ ਕਿਸੇ ਚੀਜ਼ ਨੂੰ। ਐਡੀਆਬੈਟਿਕ ਕੰਪਰੈਸ਼ਨ ਜਾਂ ਐਕਸਪ੍ਰੈਸ਼ਨ ਦੇ ਵਿੱਚ ਆਪਾਂ ਹੀਟ ਐਕਸਚੇਂਜ ਦੀ ਗੱਲ ਨਹੀਂ ਕਰ ਰਹੇ, ਆਪਾਂ ਉਹਦੇ ਪ੍ਰੈਸ਼ਰ ਚੇਂਜ ਦੀ ਗੱਲ ਕਰ ਰਹੇ। ਯਾਨੀ ਕਿ ਆਪਾਂ ਜੇ ਕਿਸੇ ਚੀਜ਼ ਨੂੰ ਕੰਪਰੈਸ ਕਰ ਰਹੇ ਹਾਂ ਦੈਟ ਮੀਨਸ ਕਿ ਲੈਟਸ ਸੇ ਇਹ ਓਰੀਜਨਲ ਉਹਦੀ ਵੋਲਿਊਮ ਸੀਗੀ, ਆਪਾਂ ਇੱਥੋਂ ਵੀ ਕੰਪਰੈਸ ਕਰਤਾ, ਇੱਥੋਂ ਵੀ ਕੰਪਰੈਸ ਕਰਤਾ, ਇੱਥੋਂ ਵੀ ਕੰਪਰੈਸ ਕਰਤਾ। ਉਹਦੇ ਕਰਕੇ ਕੀ ਹੋਊਗਾ, ਜਿਹੜੇ ਪਾਰਟੀਕਲਸ ਉਹਦੇ ਵਿੱਚ ਹੋਣਗੇ ਦਿਲ ਸਟਾਰਟ ਟੂ ਕੋਲਾਈਡ ਅਗੇਂਸਟ ਈਚ ਅਦਰ ਐਂਡ ਉਹਦਾ ਦਾ ਜਿਹੜਾ ਟੈਂਪਰੇਚਰ ਵਧਣਾ ਸ਼ੁਰੂ ਹੋ ਜਾਊਗਾ। ਦਿਸ ਇਜ਼ ਐਡੀਆਬੈਟਿਕ ਕੰਪਰੈਸ਼ਨ ਐਂਡ ਆਪੋਜ਼ਿਟ ਹੋਊਗਾ ਇਹਦਾ ਐਕਸਪੈਂਸ਼ਨ ਪਾਰਟ। ਤਾਂ ਜਦੋਂ ਆਪਾਂ ਵਿੰਡਵਰਡ ਸਾਈਡ ਦੀ ਗੱਲ ਕਰ ਰਹੇ ਹਾਂ ਉਦੋਂ 에ਅਰ ਇਜ਼ ਗੈਟਿੰਗ ਐਕਸਪੈਂਡਡ, ਠੀਕ ਹੈ, ਉਹ ਕੂਲ ਡਾਊਨ ਹੁੰਦੀ ਜਾ ਰਹੀ ਹੋਵੇ, ਰਾਈਟ। ਸੋ ਉਰੇ ਤੁਸੀਂ ਦੇਖੋਗੇ ਕਿ ਪਾਰਟੀਕਲਸ ਆਰ ਕਮਿੰਗ ਐਂਡ ਦੇ ਆਰ ਹਾਈਲੀ ਸਟ੍ਰਾਈਕਿੰਗ ਅਗੇਂਸਟ ਈਚ ਅਦਰ। ਸੋ ਦਿਸ ਇਜ਼ ਐਡੀਆਬੈਟਿਕ ਕੰਪਰੈਸ਼ਨ ਐਂਡ ਦਿਸ ਇਜ਼ ਐਡੀਆਬੈਟਿਕ expansion। so in this case the temperature increases as an air parcel descends due to increased pressure। all right, so let's say कि ਇਸ ਸਾਈਡ ਦੀ ਆਪਾਂ ਗੱਲ ਕਰ ਰਹੇ ਮਾਊਂਟੇਨ ਦੀ, ਤਾਂ ਉਰੇ ਦੇਖੋ ਤੁਸੀਂ ਕਿ 에ਅਰ ਕੀ ਹੈ, ਇਹ 에ਅਰ ਇਜ਼ ਡਿਸੈਂਡਿੰਗ ਐਂਡ ਨਾਓ ਹੇਅਰ ਵੀ ਹੈਵ ਦਿਸ ਸਰਫੇਸ। ਸੋ 에ਅਰ ਕੁਝ ਕੰਪਰੈਸ ਹੋ ਰਹੀ ਹੈ, ਇੱਥੋਂ ਵੀ ਕੰਪਰੈਸ ਹੋ ਰਹੀ ਹੈ, ਇੱਥੋਂ ਵੀ ਕੰਪਰੈਸ ਹੋ ਰਹੀ ਹੈ, ਤਾਂ ਟੈਂਪਰੇਚਰ ਆਫ 에ਅਰ ਐਜ਼ ਐਨ 에ਅਰ ਪਾਰਸਲ will increase or not? so yes, this will increase। adiabatic heat occurs without any exchange of heat with surrounding air। the answer is yes,
कोई भी हीट एक्सचेंज आप नहीं कर रहे, आर्टिफिशियली आप हीट अप नहीं कर रहे. This process can lead to significant changes in the weather patterns if large air masses are involved. Yes, this is also correct. Next, adiabatic heating can contribute to the development of high pressure system in the atmosphere. ਜਦੋਂ ਉਹ 에ਅਰ ਲੈਟ ਸੇ ਡਿਸੈਂਡ ਹੋ ਰਹੀ ਹੈ ਤਾਂ ਥੱਲੇ ਕੀ ਬਣੂਗਾ, ਥੱਲੇ ਬਣੂਗਾ ਹਾਈ ਪ੍ਰੈਸ਼ਰ ਸਿਸਟਮ. ਆਪਾਂ ਸਬ ਟ੍ਰੋਪੀਕਲ ਹਾਈ ਪ੍ਰੈਸ਼ਰ ਬੈਲਟ ਦੀ ਗੱਲ ਕੀਤੀ ਸੀਗੀ, ਉਹਦੇ ਵਿੱਚ ਵੀ ਕੀ ਹੋ ਰਿਹਾ ਹੈ, ਜਿਹੜੀ 에ਅਰ ਇਕੁਏਟਰ ਤੋਂ ਉੱਤੇ ਜਾ ਰਹੀ ਸੀਗੀ ਉਹ ਸਿੰਕ ਕਰ ਰਹੀ ਹੈ. ਇਟ ਇਜ਼ ਸਿੰਕਿੰਗ ਓਵਰ ਹੇਅਰ ਐਂਡ ਇਟ ਇਜ਼ ਕ੍ਰੀਏਟਿੰਗ a high pressure system. So all of the above in this case is the right answer. Next, with reference to the source of fresh water on earth, consider the following statements. ਸਭ ਤੋਂ ਜ਼ਿਆਦਾ ਫਰੈਸ਼ ਵਾਟਰ ਜਿਹੜਾ ਹੈਗਾ ਸੋਰਸ ਦੇ ਮੁਤਾਬਿਕ ਆਪਾਂ ਇਹਨੂੰ ਡੈਜ਼ਿਗਨੇਟ ਕਰਨਾ ਹੈ ਕਿ ਕਿੱਥੇ ਪਾਇਆ ਜਾਂਦਾ ਹੈ, ਇਨਫੈਕਟ ਕਿਹੜੇ ਕਿਹੜੇ ਪਰਸੈਂਟੇਜ ਦੇ ਵਿੱਚ ਪਾਇਆ ਜਾਂਦਾ ਹੈ. ਸੋ ਦ ਫਰਸਟ ਗਲੇਸ਼ੀਅਲ ਐਂਡ ਆਈਸ ਕੈਪਸ, ਦੈਨ ਗਰਾਊਂਡ ਵਾਟਰ, ਦੈਨ ਲੇਕਸ ਐਂਡ ਰਿਜ਼ਰਵੋਇਰ. ਤੁਹਾਨੂੰ ਇਹ ਯਾਦ ਹੋਣਾ ਚਾਹੀਦਾ ਕਿ 97.25% ਜਿਹੜਾ ਹੈਗਾ water on earth, it is saline in nature. Ocean ਤੇ sea ਦੇ ਵਿੱਚ ਪਾਇਆ ਜਾਂਦਾ. ਜਿਹੜਾ ਪਿੱਛੇ ਬਚਿਆ ਆਪਣੇ ਕੋਲ 2.75% ਉਹ ਹੈਗਾ ਫਰੈਸ਼ ਵਾਟਰ. ਉਹਦੇ ਵਿੱਚ ਵੀ ਸਭ ਤੋਂ ਜ਼ਿਆਦਾ ਕਿੱਥੇ ਪਾਇਆ ਜਾਂਦਾ ਜੀ, ਨੀਅਰਲੀ 2% ਦੇ ਆਸ-ਪਾਸ ਆਪਾਂ ਨੂੰ ਪਾਇਆ ਜਾਂਦਾ, ਦੇਖਣ ਨੂੰ ਮਿਲਦਾ ਹੈ ਗਲੇਸ਼ੀਅਰਸ ਦੇ ਵਿੱਚ ਤੇ ਆਈਸ ਕੈਪਸ ਦੇ ਵਿੱਚ. Then comes the second, again nearly 0.68% ground water. And then we have lakes, right? So ਇਹ ਅੱਗੇ ਚੱਲਦਾ ਜਾਊਗਾ. Then we have let's say soil moisture. ਐਂਡ ਐਂਡ ਦੇ ਵਿੱਚ ਆਪਾਂ ਦੇਖਦੇ ਹਾਂ ਜਾ ਕੇ ਕਿਤੇ ਕਿ ਇਹ ਰਿਵਰਸ ਵੀ ਹੁੰਦੀਆਂ. ਇਨਫੈਕਟ ਐਟਮੋਸਫੇਅਰ ਹੋਲਡਸ ਮੋਰ ਵਾਟਰ ਦੈਨ ਰਿਵਰ ਸਟ੍ਰੀਮ. ਸੋ ਇਸ ਚੀਜ਼ ਨੂੰ ਵੀ ਤੁਸੀਂ ਧਿਆਨ 'ਚ ਦੇਣਾ. ਸੋ ਦ ਰਾਈਟ ਆਂਸਰ ਇਨ ਦਿਸ ਕੇਸ ਇਜ਼ 1, 2 and 3. Consider the following statements about the types of clouds we have. Cirrus, nimbus, stratus, cumulus. ਇਹਨਾਂ ਬਾਰੇ ਦੱਸਿਆ ਗਿਆ. ਸੋ ਆਪਾਂ ਮੈਚ ਦ ਫੋਲੋਇੰਗ ਦੇਖਣੇ ਕਿ ਕਿਹੜੀ ਕਰੈਕਟਲੀ ਮੈਚ ਹੈ ਕਿਹੜੀ ਨਹੀਂ ਹੈ. ਸਿਰਸ ਦੇ ਕੋਰਸਪੋਂਡਿੰਗ ਲਿਖਿਆ ਕਿ ਥਿਨ feather like appearance composed of ice crystal. ਥੋੜਾ ਜਿਹਾ ਮੈਂ ਪਹਿਲਾਂ ਦੱਸ ਕੇ ਹਟਿਆ ਤੁਹਾਨੂੰ. the answer is yes, it is feather like appearance. highest, again ਆਪਾਂ elevation ਦੇ perspective ਨਾਲ ਗੱਲ ਕਰੀਏ ਤਾਂ it is highest from that perspective. Sorry. Then nimbus, dark shapeless dense sun blocking opacity. nimbus clouds ਜਿਹੜੇ ਹੁੰਦੇ ਆ they are also known as rain bearing clouds. they are very dark. ਮੌਨਸੂਨ ਦੀ ਆਪਾਂ ਗੱਲ ਕਰਦੇ ਹਾਂ ਤਾਂ ਆਪਾਂ ਦੇਖਦੇ ਹਾਂ ਕਿ ਕਈ ਵਾਰ ਬਲੈਕ ਕਲਰ ਦੇ ਬੱਦਲ ਆਉਂਦੇ ਆ ਤਾਂ ਆਪਾਂ ਕਹਿੰਦੇ ਯਾਰ ਹੁਣ ਮੀਂਹ ਪਊਗਾ. ਉਹਦਾ ਕਾਰਨ ਕੀ ਹੈ, ਉਹ ਡਾਰਕ ਡੈਂਸ ਤੇ ਹੋਲਡ ਮੋਰ ਮੋਇਸਚਰ ਐਸ ਕੰਪੇਅਰ ਟੂ ਦੇ ਅਦਰ ਕਾਊਂਟਰਪਾਰਟਸ. ਸੋ ਨਿੰਬਸ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਨਿੰਬੋਸਟ੍ਰੇਟਸ ਦੀ ਐਂਡ ਕਿਊਮੁਲੋ ਨਿੰਬਸ ਦੀ. ਨਾਓ ਪਾਰਡਨ ਮੀ ਫॉर ਮਾਈ ਹੈਂਡਰਾਈਟਿੰਗ ਕਿਉਂਕਿ ਉਹਦੇ ਆਈ ਡੋਨਟ ਨੋ ਕਿ ਇਸ ਪੈਨ ਤੇ ਕਿੰਨੇ ਪੈਨ ਟੈਪ ਤੇ ਕਿੰਨਾ ਸੋਹਣਾ ਲਿਖਿਆ ਜਾ ਸਕਦਾ ਹੈ. ਆਈ ਐਮ ਨਾਟ ਕੰਫਰਟੇਬਲ ਵਿਦ ਦੈਟ. So nimbostratus and then cumulonimbus clouds. cumulonimbus ਬਾਰੇ ਆਪਾਂ ਗੱਲ ਕਰੀਏ ਤਾਂ ਇਹਨਾਂ ਦਾ vertical extent ਬਹੁਤ ਜ਼ਿਆਦਾ ਹੁੰਦਾ ਹੈ, ਯਾਨੀ ਕਿ ਗਰਾਊਂਡ ਤੋਂ ਲੈਟਸ ਸੇ ਬਹੁਤ ਹੀ ਘੱਟ ਹਾਈਟ ਤੋਂ ਸ਼ੁਰੂ ਹੋ ਜਾਣਗੇ. ਇਟ ਕੈਨ ਬੀ ਐਸ ਲੋ ਐਸ ਲੈਟਸ ਸੇ 300 ਮੀਟਰ, 400 ਮੀਟਰ, 506 ਮੀਟਰ, 500, 600 and then they can grow vertically up to kilometers, 4 kilometer, 5 kilometers, 6, 7, 8 and so on and so forth. वर्टिकल ਇਹਨਾਂ ਦੀ growth ਬਹੁਤ ਜ਼ਿਆਦਾ ਹੁੰਦੀ ਹੈ. this is nimbostratus, again cumulonimbus clouds. so nimbostratus ਦੇ ਵਿੱਚ stratus clouds ਹੁੰਦੇ, ਯਾਨੀ ਕਿ they are arranged in layers like this, but they do have rain bearing capacity. so stratus ਬਾਰੇ ਗੱਲ ਕਰ ਰਹੇ, extensive layered clouds covering significant sky section. the answer is yes. then we have cumulus clouds. क्यूमुलस क्लाउड्स ਦੇ ਵਿੱਚ ਕੀ ਹੁੰਦਾ ਜੀ, we have such clouds ਤੁਸੀਂ ਦੇਖੇ ਹੋਣੇ ਕਿਤੇ ਕੁਝ ਇਸ ਟਾਈਪ ਦੇ, clouds. cotton wool based appearance and a flat based cumulus cloud. so in this case all of them are correctly matched. one matches with A, second with B, third with C and fourth with D. so I believe the class totally helpful rahi hogi. thank you very much. we'll meet next time. stay positive and keep working hard. Thank you very much.